स्वागत है पीटीसी न्यूज़ ਵਿੱਚ ਸਾਰੇ ਦਰਸ਼ਕਾਂ ਦਾ। ਮੈਂ ਹਰਪ੍ਰੀਤ ਸਿੰਘ ਵਿਚਾਰ ਤਕਰਾਰ ਲੈ ਕੇ ਇੱਕ ਵਾਰ ਫਿਰ ਤੋਂ ਤੁਹਾਡੇ ਸਾਹਮਣੇ ਹਾਜ਼ਰ ਹਾਂ। ਪੰਜਾਬ ਦੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਤੇ ਵਿਰੋਧੀ ਧਿਰ ਸ਼੍ਰੋਮਣੀ ਅਕਾਲੀ ਦਲ ਨੇ ਸਵਾਲ ਚੁੱਕਿਆ ਕਿ ਹਾਲ ਫਿਲਹਾਲ ਜਿਹੜੀਆਂ ਵਾਰਦਾਤਾਂ ਹੋਈਆਂ ਨੇ ਉਸ ਤੇ ਲੋਕਾਂ ਦਾ ਘੱਟੋ ਘੱਟ ਅਕਾਲੀ ਦਲ ਦੇ ਵਰਕਰਾਂ ਦਾ ਵਿਸ਼ਵਾਸ ਪੂਰੀ ਤਰ੍ਹਾਂ ਉੱਠ ਚੁੱਕਿਆ ਕਿਉਂਕਿ ਕਾਨੂੰਨ ਨਾਮ ਦੀ ਕੋਈ ਚੀਜ਼ ਪੰਜਾਬ ਦੇ ਵਿੱਚ ਹੈ ਹੀ ਨਹੀਂ ਹੈ। ਹਾਲ ਹੀ ਦੇ ਵਿੱਚ ਪਿਛਲੇ ਮਹੀਨੇ ਢਿਲਵਾਂ ਕਤਲ ਮਾਮਲਾ ਬੜਾ ਸੁਰਖੀਆਂ ਦੇ ਵਿੱਚ ਰਿਹਾ। ਉਦੋਂ ਇਹ ਕਿਹਾ ਗਿਆ ਸੀਗਾ ਕਿ ਕਾਂਗਰਸ ਦੇ ਆਗੂਆਂ ਦੀ ਸ਼ਾਇਦ ਇਹ ਸਭ ਕੁਝ ਹੋ ਰਿਹਾ ਔਰ ਉਸੇ ਦਾ ਖਦਸ਼ਾ ਇਹ ਵੀ ਜਤਾਇਆ ਗਿਆ ਸੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਅਜਿਹਾ ਕੁਝ ਹੋ ਸਕਦਾ ਹੈ ਕਿਉਂਕਿ ਸਿਆਸੀ ਕਤਲ ਹੋ ਸਕਦੇ ਨੇ। ਔਰ ਉਹਦੀ ਇੱਕ ਉਦਾਹਰਨ ਅਕਾਲੀ ਦਲ ਇਲਜ਼ਾਮ ਲਾਉਂਦਾ ਕਿ ਬਾਬਾ ਗੁਰਦੀਪ ਸਿੰਘ ਵਜੋਂ ਇੱਕ ਵਾਰ ਫਿਰ ਤੋਂ ਦੇਖਣ ਦੇ ਵਿੱਚ ਸਾਹਮਣੇ ਆਈ ਹੈ। ਅੱਜ ਕੋਰ ਕਮੇਟੀ ਦੀ ਇੱਕ ਮੀਟਿੰਗ ਸ਼੍ਰੋਮਣੀ ਅਕਾਲੀ ਦਲ ਨੇ ਕੀਤੀ ਹੈ ਔਰ ਇਹ ਕਿਹਾ ਕਿ 7 ਦਿਨਾਂ ਦਾ ਅਲਟੀਮੇਟਮ ਅਸੀਂ ਦਿੰਦੇ ਹਾਂ ਕਿ 7 ਦਿਨਾਂ ਦੇ ਵਿੱਚ ਜੇਕਰ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਤਾਂ ਅਕਾਲੀ ਦਲ ਇਸ ਦੀ ਵਾਗਡੋਰ खुद संभालेगा और मोर्चे खोलेगा। इस तो इलावा आम आदमी पार्टी ने भी इस गल ते खदशा पहले जताया सीगा कि लॉ एंड ऑर्डर की स्थिति बड़ी कमज़ोर हुई पई है। खास तौर पर मालवा बेल्ट दे विच संगरूर इलाके दे विच भी उन्होंने कहा सीगा कि लगातार जिहड़ियां वारदातां सामने आ रही ने वो पहलां कदे आईयां नहीं। जिस तरह तशद्दद का शिकार करके एक बंदे नूं को के मारिया गया सीगा वो मामला भी हाले तक उवें दा ही लटक रहा। अजिहे बड़े सारे मामले दी फहरिस्त गणाई गई है विरोधी धिरां वल्लों कि जदों दी सरकार बनी है उदों तो गैंगस्टर जेलों तो शरेआम धमकियां देंदे ने। इत्थों तक कि अज बिक्रम मजीठे ने कहा कि मैनू जानो मारन की धमकी भी दी गई है और मेरी जान नू खतरा भी है जद दा मैं नैक्सस तोड़िया इन्हां दा नैक्सस का खुलासा किया। ਇਹੋ ਕਹਿੰਦਾ ਮੈਂ ਸੁੱਖੀ ਰੰਧਾਵੇ ਨੂੰ 60 ਲੱਖ ਰੁਪਈਆ ਦੇ ਕੇ ਇੱਥੇ ਆਇਆ ਵਾਂ, ਮੇਰਾ ਕੋਈ ਕੁਝ ਨਹੀਂ ਵਿਗਾੜ ਸਕਦਾ। रिश्वत दे के मिलती है मनमर्जी दी पोस्टिंग। जख्मी हवालाती ने किया वड्डा खुलासा। जेल मंत्री ते लगे इल्जामां दी की है सच्चाई। गुरदासपुर जेल दे सुपरिटेंडेंट ने जेल मंत्री सुखजिंदर रंधावा नूं 60 लाख रुपए दे के अपनी मर्जी दी पोस्टिंग लई है अते इसलिए वो जेल विच कुछ भी करे तां उस दे खिलाफ कार्रवाई नहीं हो सकती। इल्जाम लगा रहा गुरबाज सिंह जो गुरदासपुर जेल विच एक हवालाती है अते इस जेल दे अंदर किस तरह कैदियों नूं मारिया कुटिया जाता है उसका सबूत भी उसने अपने शरीर ते पए इन्हां जख्मां दे नाल दिता है। पर सवाल यही है कि पंजाब दियां जेलां दा प्रबंधन इसे तरह चलता है। एक बार फिर सुनो की इल्जाम लगा रहे कैदी गुरबाज सिंह। ਕਾਰਮਾਂ ਦੀ ਕੋਈ ਚੀਜ਼ ਨਹੀਂ ਰਹਿ ਗਈ ਪੰਜਾਬ ਦੇ ਵਿੱਚ। ਪੰਜਾਬ ਦੇ ਲੋਕਾਂ ਨੂੰ ਇਹੋ ਹੀ ਅਪੀਲ ਆ ਕਿ ਇਹੋ ਜਿਹੇ ਸਰਕਾਰੀ ਬੰਦਿਆਂ ਨੂੰ ਕਦੀ ਵੋਟ ਨਾ ਪਾਓ ਜਿਹੜੇ ਇਹੋ ਜਿਹੇ ਗੰਦੇ ਅਫਸਰ ਲਾਉਂਦੇ ਆ। ਇੱਥੇ ਸੁੱਖੀ ਨੂੰ 60 ਲੱਖ ਰੁਪਈਆ ਦੇ ਕੇ ਫੇਰ ਮੈਂ ਇੱਥੇ ਸੁਪਰਡੈਂਟ ਲੱਗਾ ਵਾਂ, ਮੇਰਾ ਕੋਈ ਕੁਝ ਨਹੀਂ ਵਿਗਾੜ ਸਕਦਾ। ਤਾਂ ਸੁਣਿਆ ਤੁਸੀਂ, ਜੇਲ ਮੰਤਰੀ ਤੇ ਰਿਸ਼ਵਤ ਲੈ ਕੇ ਪੋਸਟਿੰਗ ਦੇਣ ਦਾ ਇਲਜ਼ਾਮ ਲਗਾਇਆ ਜਾ ਰਿਹਾ ਪਰ ਸੁਖਜਿੰਦਰ ਰੰਧਾਵਾ ਤੇ ਆਪਣੇ ਅਹੁਦੇ ਦੀ ਦੁਰਵਰਤੋਂ ਦੇ ਇਲਜ਼ਾਮ ਕੋਈ ਪਹਿਲੀ ਵਾਰ ਤਾਂ ਨਹੀਂ ਲੱਗੇ। इस तो पहला रंधावा उत्ते गैंगस्टर्स नाल नैक्सस चलाउण दे इल्जाम भी अकाली दल वल्लों लाए जांदे रहे ने जिस दी जांच दी मंग तां उठी पर कोई कार्रवाई सरकार वल्लों नहीं कीती गई। अते हुण इस नैक्सस दा खुलासा करन वाले अकाली दल विधायक बिक्रम मजीठिया ने इस वीडियो दे सामने आउण तो बाद एक बार फिर सुखजिंदर रंधावा ते सवाल चुके ने। जिथे जेलां च ਜਿਹੜੇ ਇਹ ਜੇਲ੍ਹ ਸੁਪਰਟੈਂਡੈਂਟ ਨੇ ਜਿਹੜਾ ਇਹ ਲਾ ਰਿਹਾ ਰੰਧਾਵਾ ਆਪ ਲਾ ਰਿਹਾ ਉਹ ਲੋਕਾਂ ਨੂੰ ਅੰਦਰ ਕੁੱਟ ਰਿਹਾ ਕੀ ਕੁਝ ਹੋ ਰਿਹਾ ਤੇ ਸੁਣ ਲਓ ਅੱਗੇ ਕੀ ਕਹਿ ਰਿਹਾ ਕਿ 60 ਲੱਖ ਦੇ ਕੇ ਕਹਿੰਦਾ ਜੇਲ੍ਹ ਸੁਪਰਟੈਂਡੈਂਟ ਕਹਿੰਦਾ ਮੈਂ 60 ਲੱਖ ਦੇ ਕੇ ਸੁੱਖੀ ਰੰਧਾਵੇ ਨੂੰ ਲੱਗਿਆ ਮੇਰਾ ਕੀ ਵਿਗਾੜ ਦੂ ਕੋਈ। ਉਹੀ ਜੇਲ੍ਹਾਂ ਚੋਂ ਕ੍ਰਾਈਮ ਵੱਧ ਰਿਹਾ ਕਿਉਂਕਿ ਫਿਰ ਜਿਹੜਾ ਪੈਸੇ ਦੇ ਕੇ ਲੱਗ ਰਿਹਾ ਹੈ ਮਿਨਿਸਟਰ ਨੂੰ ਫਿਰ ਉਹਨੇ ਕਿਹੜੇ ਫੋਨ ਫੜਨੇ ਆ ਜੀ ਕਿਹੜਾ ਕੰਮ ਕਰਨਾ। ਔਰ ਇਹੀ ਗੱਲ ਕੱਲੀ ਮੈਂ ਨਹੀਂ SSP ਸਾਰਿਆਂ ਦੀ ਰਿਪੋਰਟ ਇਸ ਅਖਬਾਰ ਦੀ ਜਿਹੜੀ ਮੈਂ ਕਟਿੰਗ ਪੜ੍ਹਿਆ ਸੀ ਇਹਦੇ 'ਚ ਵੀ ਇਹੀ ਲਿਖਿਆ ਕਿ ਜੇਲ੍ਹ 'ਚੋਂ ਬੈਠਿਆ ਨੈਕਸਸ ਭਗਵਾਨਪੁਰੀਏ ਐਂਡ ਗੈਂਗ ਦਾ ਵੱਧ ਰਿਹਾ ਕਿਹੜੇ ਦਾ ਨਹੀਂ ਵੱਧ ਰਿਹਾ। ਤੁਹਾਨੂੰ ਡਰਾਮਾ ਰਚ ਦਿੰਦੇ 500 ਫੋਨ ਫੜ ਲਏ ਜਿਹਦਾ ਫੜਨਾ ਉਹਦਾ ਤਾਂ ਫੜਦੇ ਨਹੀਂ। ਕਦੇ ਜੇਲ੍ਹਾਂ ਵਿੱਚ ਮੋਬਾਈਲ ਫੋਨਾਂ ਦੀ ਬਰਾਮਦਗੀ ਅਤੇ ਕਦੇ ਨਸ਼ੇ ਦੀ। उस तो बाद जेल विच जग्गू भगवानपुरिया वर्गे गैंगस्टरां दे जन्मदिन मनाउण दे वीडियो दा सामने आउणा अते हाल ही विच AK-47 दे नाल जेल दे विचों
हैप्पी न्यू ईयर दी पाई पोस्ट ने कई सवाल खड़े कर दिते ने। इस तरह का हर एक मामला साबित करता है कि पंजाब दी जेलों का प्रशासन अपनी जिम्मेवारी निभाउण विच नाकाम साबित हो रहा है अते हर बार जेल मंत्री सुखजिंदर रंधावा का नाम सामने आना भी विरोधियों के इल्जामां नूं होर बल दे रहा है। उसके बावजूद सरकार की नामोशी वड्डी अणगहली वाल ही इशारा करती है। चंडीगढ़ तो नवीन सेठी दे नाल रवि बख्श सिंह, PTC न्यूज़ गुरदासपुर। ਇਸੇ ਦੇ ਵਿਚਾਰ ਚਰਚਾ ਲੈ ਕੇ ਹਾਜ਼ਰ ਹੋਏ ਹਾਂ। ਸਭ ਤੋਂ ਪਹਿਲਾਂ ਜਾਣ ਪਛਾਣ ਕਰਾ ਦਿੰਦੇ, ਮਹਿਮਾਨਾਂ ਨਾਲ ਫਿਰ ਅੱਗੇ ਵਧਦੇ ਹਾਂ। ਅਮਰਦੀਪ ਸਿੰਘ ਧਾਰਨੀ ਸਾਹਿਬ ਮੌਜੂਦ ਨੇ, ਬੁਲਾਰੇ ਨੇ ਸ਼੍ਰੋਮਣੀ ਅਕਾਲੀ ਦਲ ਦੇ। ਦਿਨੇਸ਼ ਚੱਡਾ ਸਾਹਿਬ ਬੁਲਾਰੇ ਨੇ ਆਮ ਆਦਮੀ ਪਾਰਟੀ ਦੇ। ਗੁਰਪ੍ਰੀਤ ਢਿੱਲੋਂ ਸਾਹਿਬ ਬੁਲਾਰੇ ਨੇ BJP ਦੇ। ਸੁਖਬੀਰ ਬਾਜਵਾ ਸਾਹਿਬ ਸੀਨੀਅਰ ਪੱਤਰਕਾਰ ਨੇ। ਅਸੀਂ ਬੜੀ ਕੋਸ਼ਿਸ਼ ਕੀਤੀ ਕਿ ਕਾਂਗਰਸ ਦਾ ਕੋਈ ਬੁਲਾਰਾ ਆਵੇ ਜਾਂ ਸਰਕਾਰੀ ਤੌਰ ਤੇ ਕੋਈ ਬੁਲਾਰਾ ਆਵੇ ਕਿ ਲਾਅ ਐਂਡ ਆਰਡਰ ਦੀ ਸਥਿਤੀ ਦੇ ਪ੍ਰਤੀ ਸਰਕਾਰ ਕਿੰਨੀ ਕੁ ਗੰਭੀਰ ਜਾਂ ਵਚਨਬੱਧ ਹੈਗੀ ਹੈ, ਪਰ ਕੋਈ ਵੀ ਇਸ ਮੁੱਦੇ ਤੇ ਬੋਲਣ ਲਈ ਤਿਆਰ ਨਹੀਂ ਹੋਇਆ। ਹਾਲਾਂਕਿ ਇੱਕ ਦੋ ਬੁਲਾਰੇ ਨੇ ਪਹਿਲਾਂ ਕਹਿ ਦਿੱਤਾ ਕਿ ਅਸੀਂ ਆਵਾਂਗੇ, ਪਰ ਐਨ ਮੌਕੇ ਤੇ ਉਹ ਮੁਕਰ ਗਏ ਕਿ ਅਸੀਂ ਇਸ ਡਿਬੇਟ ਦੇ ਵਿੱਚ ਨਹੀਂ ਆ ਸਕਦੇ, ਇਸ ਮੁੱਦੇ ਤੇ ਅਸੀਂ ਨਹੀਂ ਬੋਲ ਸਕਦੇ ਕੁਝ। ਸਭ ਤੋਂ ਪਹਿਲਾਂ ਤਾਰੀ ਸਾਹਿਬ, ਮੈਂ ਤੁਹਾਡੇ ਤੋਂ ਸ਼ੁਰੂਆਤ ਕਰਨਾ ਚਾਹੁੰਦਾ। ਇਹ ਅਸੀਂ ਲਗਾਤਾਰ ਦੇਖ ਰਹੇ ਹਾਂ ਕਿ ਤੁਹਾਡੀ ਪਾਰਟੀ ਦਾ ਇੱਕੋ ਹੀ ਆਗੂ ਇਹ ਸਾਰੀਆਂ ਗੱਲਾਂ ਕਿਉਂ ਚੁੱਕ ਰਿਹਾ। ਬਿਕਰਮ ਮਜੀਠੀਆ ਦਾ ਇਦਾਂ ਲੱਗਦਾ ਕਿ ਕੋਈ ਪਰਸਨਲ ਮੈਟਰ ਬਣ ਗਿਆ, ਪਾਰਟੀ ਦਾ ਜਾਂ ਲੋਕਾਂ ਦਾ ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਇਦਾਂ ਲੱਗਦਾ ਕਿ ਇੱਕ ਮੰਤਰੀ ਵਰਸਸ ਸਾਬਕਾ ਮੰਤਰੀ ਦੇ ਵਿਚਕਾਰ ਲੜਾਈ ਚੱਲ ਰਹੀ ਹੈ। ਦੇਖੋ ਆਪਣਾ ਹਰਪ੍ਰੀਤ ਜੀ, ਮੈਂ ਬੇਨਤੀ ਕਰਦਾ ਤੁਹਾਨੂੰ ਵੀ ਇਹ ਪ੍ਰੈਸ ਵਾਲੇ ਇਸ ਗੱਲ ਨੂੰ ਜੇ ਤਾਂ ਕੋਈ ਦੇਖੋ ਅੱਜ ਪੰਜਾਬ ਦੇ ਵਿੱਚ ਇਹ ਹੋਇਆ ਵਾ ਕਿ ਆਪੋਜੀਸ਼ਨ ਨਾਂ ਦੀ ਕੋਈ ਗੱਲਬਾਤ ਰਹੀ ਨਹੀਂ ਹੈਗੀ ਔਰ ਤੁਸੀਂ ਆਪਣੀ ਪਾਰਟੀ ਨੂੰ ਆਪੋਜੀਸ਼ਨ ਮੰਨਦੇ ਹੀ ਨਹੀਂ। ਨਹੀਂ ਅਸੀਂ ਹੀ ਆਪੋਜੀਸ਼ਨ ਦਾ ਰੋਲ ਨਿਭਾ ਰਹੇ। ਖਾਸ ਤੌਰ ਤੇ ਜਿਹੜੇ ਇਹ ਬਾਰਡਰ ਬੈਲਟ ਹੈਗੀ ਹੈ, ਇਹਨਾਂ ਦੇ ਵਿੱਚ ਜਿਹੜੀਆਂ ਇਹ ਘਟਨਾਵਾਂ ਹੋ ਰਹੀਆਂ, ਜੇਲ੍ਹਾਂ ਦੇ ਵਿੱਚ ਹੋ ਰਹੀਆਂ, ਇਹਨਾਂ ਦਾ ਜਦੋਂ ਕੋਈ ਜਿਹੜਾ ਹੈਗਾ ਇਹਦੇ ਤੇ ਸਵਾਲ ਨਹੀਂ ਉਠਾਉਣ ਦੀ ਕੋਸ਼ਿਸ਼ ਕਰਦਾ ਹੈਗਾ, ਤੇ ਜੇ ਫਿਰ ਸਰਦਾਰ ਮਜੀਠੀਆ ਜਿਹੜਾ ਹੈਗਾ ਉਸ ਨੂੰ ਸਵਾਲ ਨੂੰ ਉਠਾਉਂਦੇ ਹੈਗੇ ਆ, ਤੇ ਉਹ ਸਵਾਲ ਜਿਹੜਾ ਹੈਗਾ ਜਦੋਂ ਇੱਕ ਬਹਿਸ ਦਾ ਵਿਸ਼ਾ ਬਣ ਜਾਂਦਾ, ਫਿਰ ਉਹਨੂੰ ਆਪਾਂ ਵਰਸਸ ਕਰਕੇ ਦੇਖਣਾ ਸ਼ੁਰੂ ਕਰ ਦਿੰਦੇ ਆ। ਦੇਖੋ ਇੱਕ MLA ਹੁੰਦਾ ਹੈ ਨਾ ਜਿਹੜਾ ਸਰਦਾਰ ਬਿਕਰਮਜੀਤ ਸਿੰਘ ਮਜੀਠੀਆ, ਇੱਕ MLA ਹੈਗੇ ਆ। MLA ਦਾ ਮਤਲਬ ਹੁੰਦਾ ਕਿ ਆਪਣੇ ਹਲਕੇ ਦਾ ਉਹ ਸਰਪ੍ਰਸਤ ਹੈਗਾ, ਲੋਕਾਂ ਨੇ ਉਹਨੂੰ ਚੁਣ ਕੇ ਭੇਜਿਆ ਹੈਗਾ, ਲੋਕਾਂ ਦੀਆਂ ਜਿਹੜੀਆਂ ਦੁੱਖ ਤਕਲੀਫਾਂ ਹੈਗੀਆਂ ਉਹਨਾਂ ਨੂੰ ਜਿਹੜਾ ਹੈਗਾ ਉਹ ਲੋਕਾਂ ਦੇ ਜਿਹੜਾ ਹੈਗਾ ਅੱਗੇ ਜਿਹੜਾ ਹੈਗਾ ਪਹੁੰਚਾਉਣ ਦੀ ਕੋਸ਼ਿਸ਼ ਕਰਦਾ। ਤੁਸੀਂ ਦੇਖੋਗੇ ਕਿ ਇਹ ਇੱਕ ਚਿੱਠੀ ਹੈ SSP ਦਿਹਾਤੀ ਅੰਮ੍ਰਿਤਸਰ ਨੂੰ, ਇਹ ਸਰਦਾਰ ਬਿਕਰਮਜੀਤ ਸਿੰਘ ਮਜੀਠੀਆ ਨੇ ਆਪਣੇ ਦਸਤਖਤ ਕਰਕੇ ਆਪਣੇ ਹਲਕੇ ਦੀ ਜਿਹੜੀ ਹੈਗੀ ਆ ਅਮਨ ਔਰ ਸ਼ਾਂਤੀ ਲਈ ਜਿਹੜੀ ਹੈਗੀ ਆ ਐਪਲੀਕੇਸ਼ਨ ਲਿਖੀ ਵੀ ਹੈਗੀ ਆ। ਇਸ ਦੇ ਵਿੱਚ ਜਿਹੜਾ ਹੈਗਾ ਇਹ ਤਾਂ ਬਟਾਲਾ ਜਾਂ ਅੰਮ੍ਰਿਤਸਰ ਉਹ ਇਨਵੋਲਵ ਨਹੀਂ ਹੈਗਾ, ਇਹਦੇ ਵਿੱਚ ਸੁਖਜਿੰਦਰ ਸਿੰਘ ਰੰਧਾਵਾ ਦਾ ਕੋਈ ਇਨਵੋਲਵਮੈਂਟ ਨਹੀਂ ਹੈਗੀ, ਇਹ ਤਾਂ ਅੰਮ੍ਰਿਤਸਰ ਦਿਹਾਤੀ ਨੂੰ ਜਿਹੜੀ ਚਿੱਠੀ ਲਿਖੀ ਵੀ ਹੈਗੀ ਆ। ਸੋ ਅੱਜ ਪੰਜਾਬ ਦੇ ਵਿੱਚ ਆਪਾਂ ਇਕੱਲੇ ਜੇ ਮਜੀਠੀਆ ਸਾਹਿਬ ਮੈਂ ਸਾਰੀਆਂ ਗੱਲਾਂ ਨਾਲ ਸਹਿਮਤ ਹਾਂ। ਮੈਂ ਸਿਰਫ ਇੱਕ ਸਵਾਲ ਤੁਹਾਡੇ ਤੋਂ ਪੁੱਛਣਾ ਚਾਹੁੰਦਾ ਵੀ ਜਿੰਨੀਆਂ ਵੀ ਵਾਰਦਾਤਾਂ ਹੋਈਆਂ ਨੇ, ਜਿੰਨੇ ਵੀ ਕਤਲ ਹੋਏ ਨੇ, ਇਹਦਾ ਸਿਆਸੀ ਤੌਰ ਤੇ ਕੀ ਲੈਣਾ ਦੇਣਾ ਹੈਗਾ? ਤੁਸੀਂ ਵਾਰ-ਵਾਰ ਕਹਿ ਸਕਦੇ ਹੋ ਕਿ ਸਰਕਾਰ ਦੀ ਢਿਲਮਟ ਹੈਗੀ ਹੈ, ਪਰ ਤੁਸੀਂ ਕਹਿੰਦੇ ਹੋ ਕਿ ਸਿਆਸੀ ਦਖਲਅੰਦਾਜ਼ੀ ਹੈ ਕਤਲਾਂ ਦੇ ਵਿੱਚ। ਜਦੋਂ ਕਿਸੇ ਵੀ ਇਸ ਤਰ੍ਹਾਂ ਦੇ ਜਿਹੜੇ ਗੈਂਗਸਟਰ ਹੈਗੇ ਆ ਜਿਨ੍ਹਾਂ ਦੇ ਸੋ ਕਾਲਡ ਨਾਂ ਤੁਸੀਂ ਜਿਹੜੇ ਹੈਗੇ ਆ ਹਰ ਰੋਜ਼ ਚੈਨਲਾਂ ਤੇ ਟੀਵੀਆਂ ਤੇ ਦੇਖਦੇ ਹੈਗੇ ਆ, ਉਹਨਾਂ ਨੂੰ ਜਦੋਂ ਕਿਸੇ ਇੱਕ ਵਿਅਕਤੀ ਵਿਸ਼ੇਸ਼ ਦੀ ਪੁਸ਼ਤ ਪਨਾਹੀ ਹੋ ਜਾਂਦੀ ਆ ਤਾਂ ਨੈਚੁਰਲੀ ਹੈਗਾ ਹੈ ਕਿ ਜਦੋਂ ਤੁਸੀਂ ਚੂੰਡੀ ਵੱਢਦੇ ਹੈਗੇ ਤਾਂ ਜਿਹਦੇ ਅਸਲੀ ਚੂੰਡੀ ਵੱਢ ਹੁੰਦੀ ਹੈ ਨਾ ਤਾਂ ਉਸੇ ਨੇ ਜਿਹੜਾ ਹੈਗਾ ਚੀਕ ਮਾਰਨੀ ਹੈਗੀ ਆ। ਜਿਹੜਾ ਪਿਛਲੇ ਟਾਈਮ ਦੇ ਵਿੱਚ ਸਰਦਾਰ ਜਿਹੜੇ ਹੈਗੇ ਆ ਰੰਧਾਵਾ ਸਾਹਿਬ ਉਹ ਬਾਰ-ਬਾਰ ਕਹਿ ਰਹੇ ਆ ਕਿ ਮੇਰਾ ਕੋਈ ਉਹ ਨਹੀਂ ਹੈਗਾ, ਸੰਬੰਧ ਨਹੀਂ ਹੈਗਾ। ਜੇ ਸੰਬੰਧ ਨਹੀਂ ਹੈਗਾ, ਦੇਖੋ ਜੇਲ੍ਹ ਮੰਤਰਾਲਾ ਉਹਨਾਂ ਦੇ ਕੋਲ ਹੈਗਾ, ਜੇ ਜੇਲ੍ਹ ਦੇ ਵਿੱਚ ਇਹ ਸਾਰੀਆਂ ਵਾਰਦਾਤਾਂ ਹੋ ਰਹੀਆਂ ਔਰ ਇਹ ਗੱਲ ਐਡਮਿਟ ਕਰਦੇ ਹੈਗੇ ਕਿ ਜੇਲ੍ਹ ਜਿਹੜੀ ਹੈਗੀ ਆ ਉਹਨਾਂ ਦੇ ਬਸ ਤੋਂ ਬਾਹਰ ਹੋਈ ਵੀ ਆ, ਉਸ ਦਾ ਸਬੂਤ ਇਹ ਹੈਗਾ ਕਿ ਪੰਜਾਬ ਦੀ ਪੁਲਿਸ ਹੈਗੀ ਆ ਜਿਹੜੀ ਬਿਲਕੁਲ ਫੇਲ ਹੋ ਚੁੱਕੀ ਹੈ ਔਰ ਉਹਨਾਂ ਨੇ ਜਿਹੜੀ ਹੈਗੀ CRPF ਉੱਥੇ ਜਿਹੜੇ ਹੈਗੇ ਲਾ ਲਈ ਹੈਗੀ ਆ। ਅਗਲੇ ਟਾਈਮ ਦੇ ਵਿੱਚ ਮੈਂ ਤੁਹਾਨੂੰ ਕੱਲੀ ਜੇਲ੍ਹ ਦੀ ਗਿਣਾ ਦੂੰਗਾ ਉੱਥੇ ਤਾਂ ਜਿਹੜਾ ਹੈਗਾ ਰੰਧਾਵਾ ਸਾਹਿਬ ਦਾ, ਕਿਉਂਕਿ ਚਲੋ ਮੈਂ ਪਹਿਲਾਂ ਰਿਐਕਸ਼ਨ ਲੈ ਲਾ ਸਾਰੇ ਜ਼ਿੰਮੇਵਾਰ ਇਸ ਕਰਕੇ ਹੈਗੇ ਮੈਂ ਆ ਜਾਣਾ ਵਾਪਸ, ਜੇਲ੍ਹ ਮੰਤਰੀ ਹੈਗੇ। ਠੀਕ ਹੈ, ਮੈਂ ਆਣਾ ਵਾਪਸ ਤੁਹਾਡੇ ਕੋਲ। ਦਿਨੇਸ਼ ਚੱਡਾ ਸਾਹਿਬ, ਮੈਂ ਸਾਰੀਆਂ ਗੱਲਾਂ ਸਾਈਡ ਤੇ ਰੱਖਦਾ, ਪਹਿਲਾਂ ਮੈਂ ਤੁਹਾਡੇ ਤੋਂ ਮੁੱਦਾ ਜੇਲ੍ਹ ਦਾ ਲੈਣਾ ਚਾਹੁੰਦਾ। ਅਸੀਂ ਅਕਸਰ ਦੇਖ ਰਹੇ ਹਾਂ ਕਿ ਵੀਡੀਓ ਵਾਇਰਲਸ ਹੁੰਦੀਆਂ ਨੇ, ਆਡੀਓ ਵਾਇਰਲਸ ਹੁੰਦੀਆਂ ਨੇ, ਇੱਥੋਂ ਤੱਕ ਕਿ ਫੇਸਬੁੱਕ ਅਕਾਊਂਟ ਵੀ ਚੱਲ ਰਹੇ ਨੇ ਜੇਲ੍ਹਾਂ ਤੋਂ। ਮੈਂ ਕਹਿੰਦਾ ਕਿ ਸਿਆਸੀ ਦਖਲਅੰਦਾਜ਼ੀ ਹੈ ਜਾਂ ਨਹੀਂ ਹੈ, ਪਰ ਸਰਕਾਰ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਤਾਂ ਇਹ ਹੋਣੀ ਚਾਹੀਦੀ ਹੈ ਨਾ ਕਿ ਜੇਲ੍ਹਾਂ ਤੋਂ ਇਹ ਨੈਕਸਸ ਤੋੜਿਆ ਜਾਵੇ।
ਬਿਲਕੁਲ ਜੀ, ਜੇ ਪੰਜਾਬ ਦੇ ਵਿੱਚ ਜੋ ਆਪਾਂ ਲਾਅ ਐਂਡ ਆਰਡਰ ਦੀ ਗੱਲ ਕਰੀਏ, ਜਿਹੜੀਆਂ ਵੀ ਵਾਰਦਾਤਾਂ ਪਿਛਲੇ ਦਿਨਾਂ ਦੇ ਵਿੱਚ ਹੋਈਆਂ ਜਾਂ ਉਹਨਾਂ ਦਾ ਜੇਲ੍ਹ ਕਨੈਕਸ਼ਨ ਜੋ ਹੈ ਉਹ ਨਿੰਦਣਯੋਗ ਵੀ ਹੈ, ਇਨਸਾਨੀਅਤ ਦਾ ਘਾਣ ਵੀ ਹੈ। ਆਮ ਆਦਮੀ ਪਾਰਟੀ ਇਸ ਵਰਤਾਰੇ ਦਾ ਬਿਲਕੁਲ ਵਿਰੋਧ ਵੀ ਕਰਦੀ ਹੈ ਤੇ ਨਿੰਦਾ ਵੀ ਕਰਦੀ ਹੈ। ਪਰ ਨਾਲ ਹੀ ਸਭ ਤੋਂ ਪਹਿਲਾਂ ਤਾਂ ਮੈਂ ਬੇਨਤੀ ਕਰਦਾ ਪੰਜਾਬ ਦੇ ਲੋਕਾਂ ਨੂੰ ਕਿ ਦੋਨੋਂ ਜਿਹੜੀਆਂ ਇਹ ਪਾਰਟੀਆਂ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ, ਦੋਨਾਂ ਦੀਆਂ ਸਰਕਾਰਾਂ ਦੇ ਵਿੱਚ ਸਿਆਸੀ ਸਰਪ੍ਰਸਤੀ ਦੇ ਵਿੱਚ ਸਿਆਸੀ ਸ਼ਹਿ ਦੇ ਕਾਰਨ ਜਿਹੜੇ ਇਸ ਤਰ੍ਹਾਂ ਦੇ ਕ੍ਰਾਈਮ ਹੈ ਉਹ ਹੁੰਦੇ ਰਹੇ ਆ। ਅਕਾਲੀ ਦਲ ਦੇ ਰਾਜ ਦੇ ਵਿੱਚ ਵੀ ਹੁੰਦੇ ਰਹੇ ਆ ਤੇ ਹੁਣ ਕਾਂਗਰਸ ਦੇ ਰਾਜ ਦੇ ਵਿੱਚ ਵੀ ਹੋ ਰਹੇ ਨੇ। ਸੋ ਮੈਂ ਪਹਿਲਾਂ ਲੋਕਾਂ ਨੂੰ ਬੇਨਤੀ ਕਰਦਾ ਬਈ ਸਿਆਸੀ ਆਗੂਆਂ ਦੇ ਜਿਹੜੀ ਸ਼ਹਿ ਦੇ ਉੱਪਰ ਆ ਕੇ ਇਸ ਤਰ੍ਹਾਂ ਦੇ ਵਰਤਾਰੇ ਜਿਹੜੇ ਆ ਉਹ ਇੱਕ ਦੂਜੇ ਦੇ ਪ੍ਰਤੀ ਨਾ ਰੱਖਣ, ਵੈਰ ਵਿਰੋਧ, ਕਿਉਂਕਿ ਸਿਆਸੀ ਆਗੂਆਂ ਨੇ ਸਿਆਸਤ ਕਰਨੀ ਹੈ। ਹੁਣ ਅਕਾਲੀ ਸਿਆਸਤ ਕਰ ਰਹੇ ਨੇ, ਪਹਿਲਾਂ ਕਾਂਗਰਸੀ ਕਰਦੇ ਸੀਗੇ, ਪਰ ਅਸਲ ਦੇ ਵਿੱਚ ਪੰਜਾਬ ਦੇ ਵਿੱਚੋਂ ਕ੍ਰਾਈਮ ਨੂੰ ਖਤਮ ਕਰਨ ਲਈ, ਪੰਜਾਬ ਦੇ ਨੌਜਵਾਨਾਂ ਨੂੰ ਸਹੀ ਰਸਤੇ ਤੇ ਪਾਉਣ ਦੇ ਲਈ ਕੋਈ ਵੀ ਜਿਹੜਾ ਕਦਮ ਨਹੀਂ ਚੁੱਕਿਆ ਗਿਆ। ਜੇਕਰ ਅਸੀਂ ਜੇਲ੍ਹਾਂ ਦੀ ਗੱਲ ਕਰਦੇ ਹਾਂ ਕਿ ਜੇਲ੍ਹਾਂ ਦੇ ਵਿੱਚੋਂ ਜੋ ਕ੍ਰਾਈਮ ਹੋ ਰਿਹਾ, ਜੇਲ੍ਹਾਂ ਦੇ ਵਿੱਚ ਫੇਸਬੁੱਕ ਅਕਾਊਂਟ ਚੱਲ ਰਹੇ ਨੇ, ਨਾ ਜਿਹੜੇ ਜੇਲ੍ਹਾਂ ਦੇ ਬਾਹਰ ਲਿਖਿਆ ਹੁੰਦਾ ਸੁਧਾਰ ਕਰ, ਮਤਲਬ ਕਿ ਜੇ ਕੋਈ ਨੌਜਵਾਨ ਕ੍ਰਾਈਮ ਕਰਦਾ ਕਿਸੇ ਛੋਟੇ-ਮੋਟੇ ਕ੍ਰਾਈਮ ਦੇ ਵਿੱਚ, ਉਹ ਇੱਕ ਅੱਧੀ ਵਾਰ ਜੇਲ੍ਹ ਚਲ ਗਿਆ ਤਾਂ ਜੇਲ੍ਹ ਦੀ ਜ਼ਿੰਮੇਵਾਰੀ ਹੁੰਦੀ ਹੈ, ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਜੇਲ੍ਹ ਦੇ ਵਿੱਚ ਉਹਨੂੰ ਸੁਧਾਰ ਕੇ ਵਾਪਸ ਆਵੇ, ਉਹਦਾ ਜਿਹੜਾ ਦਿਮਾਗ ਹੈ ਉਹ ਕ੍ਰਿਮੀਨਲ ਨਾ ਰਹੇ, ਉਹ ਬਾਹਰ ਆ ਕੇ ਕ੍ਰਾਈਮ ਨਾ ਕਰੇ, ਚੰਗੇ ਰਸਤੇ ਤੇ ਆਵੇ। ਪਰ ਨਾ ਤਾਂ ਪਿਛਲੀ ਸਰਕਾਰ ਦੇ ਵਿੱਚ ਕੋਈ ਐਸੇ ਉਪਰਾਲੇ ਕੀਤੇ ਗਏ, ਨਾ ਹੁਣ ਦੀ ਸਰਕਾਰ 'ਚ ਕੋਈ ਐਸੇ ਉਪਰਾਲੇ ਹੋ ਰਹੇ ਹੈ ਕਿ ਜੇਲ੍ਹਾਂ ਦੇ ਵਿੱਚ ਕੋਈ ਖਾਸ ਪਲਾਨ ਬਣਾਇਆ ਗਿਆ ਹੋਵੇ ਨੌਜਵਾਨਾਂ ਨੂੰ ਸੁਧਾਰਨ ਦੇ ਲਈ, ਸੁਧਾਰ ਕੇ ਸਹੀ ਰਸਤੇ ਤੇ ਲੈ ਕੇ ਆਉਣ ਦੇ ਲਈ। ਸਗੋਂ ਉਲਟਾ ਜਿਹੜਾ ਨੌਜਵਾਨ ਇੱਕ ਵਾਰ ਜੇਲ੍ਹ ਚਲ ਗਿਆ, ਚਾਹੇ ਉਹ ਛੋਟੇ-ਮੋਟੇ ਕ੍ਰਾਈਮ ਦੇ ਵਿੱਚ ਹੀ ਚਲ ਗਿਆ, ਅੰਦਰੋਂ ਉਹ ਵੱਡਾ ਅਪਰਾਧੀ ਬਣ ਕੇ ਆਉਂਦਾ ਏ। ਪਿਛਲੇ ਸਮਿਆਂ ਦੇ ਵਿੱਚ ਵੀ ਹੁਣ ਵੀ ਸੰਗੀਨਤਾ ਦੇ ਨਾਲ ਕਿਸੇ ਨਾ ਤਾਂ ਪਿਛਲੀ ਸਰਕਾਰ ਨੇ ਇਸ ਮੁੱਦੇ ਨੂੰ ਲਿਆ, ਨਾ ਹੁਣ ਵਾਲੀ ਨੇ ਲਿਆ, ਜਿਸ ਕਰਕੇ ਸਿਆਸੀ ਸ਼ਹਿ ਦੇ ਉੱਪਰ ਪੰਜਾਬ ਦੇ ਵਿੱਚ ਜਿਹੜਾ ਕ੍ਰਾਈਮ ਹੈ ਉਹ ਲਗਾਤਾਰ ਵੱਧ ਰਿਹਾ। ਠੀਕ ਹੈ, ਇੱਕ ਗੱਲ ਦੱਸੋ, ਚਲੋ ਸਿਆਸਤ ਕਰਨੀ ਸਾਰੀਆਂ ਪਾਰਟੀਆਂ ਕਰਦੀਆਂ ਨੇ, ਸਿਆਸੀ ਵਰਕਰ ਵੀ ਕਰਦੇ ਨੇ, ਪਰ ਜਦੋਂ ਸਿਆਸਤ ਦੇ ਵਿੱਚ ਇਸ ਤਰ੍ਹਾਂ ਦੀ ਰੰਜਿਸ਼ ਆ ਜਾਵੇ ਕਿ ਉਹ ਰੰਜਿਸ਼ ਕਤਲਾਂ ਦੇ ਵਿੱਚ ਬਦਲ ਜਾਵੇ, ਫਿਰ ਤੁਹਾਨੂੰ ਲੱਗਦਾ ਨਹੀਂ ਹੈ ਕਿ ਪਾਰਟੀਆਂ ਉੱਪਰ ਲੈਵਲ ਤੇ ਜੋ ਮਰਜ਼ੀ ਹੁੰਦਾ ਰਹੇ, ਹੇਠਲੇ ਲੈਵਲ ਤੇ ਜਿਹੜੀ ਲੜਾਈ ਹੈਗੀ ਹੈ ਜਾਂ ਤਲਖਬਾਜ਼ੀ ਹੈਗੀ ਹੈ, ਉਹਦਾ ਨੁਕਸਾਨ ਬਹੁਤ ਵੱਡਾ ਹੁੰਦਾ? ਅਸੀਂ ਲਗਾਤਾਰ ਦੇਖ ਰਹੇ ਹਾਂ ਕਿ ਦੋ ਮਾਮਲੇ ਜਿਹੜੇ ਇਹਨਾਂ ਨੇ ਚੱਕੇ ਨੇ, ਦੋ ਮਾਮਲੇ ਬੜੇ ਵੱਡੇ ਨੇ, ਬਹੁਤ ਵੱਡਾ ਨੁਕਸਾਨ ਹੁੰਦਾ। ਇਸੇ ਕਰਕੇ ਮੈਂ ਤੁਹਾਡੇ ਚੈਨਲ ਦੇ ਰਾਹੀਂ ਸਭ ਤੋਂ ਪਹਿਲਾਂ ਲੋਕਾਂ ਨੂੰ ਬੇਨਤੀ ਕੀਤੀ ਹੈ ਕਿ ਜਿਹੜੇ ਵੀ ਆਗੂ ਇਸ ਹੱਦ ਤੱਕ ਸਿਆਸੀ ਪਨਾਹ ਦਿੰਦੇ ਨੇ, ਇਸ ਹੱਦ ਤੱਕ ਸਿਆਸੀ ਸ਼ਹਿ ਦਿੰਦੇ ਨੇ ਆਪਣੇ ਸਿਆਸੀ ਹਿੱਤਾਂ ਦੇ ਲਈ, ਉਹਨਾਂ ਦੀ ਸ਼ਹਿ ਤੇ ਆ ਕੇ ਸਮਾਜ ਦੇ ਵਿੱਚ ਤੁਸੀਂ ਗਲਤ ਰਸਤਾ ਅਡਾਪਟ ਨਾ ਕਰੋ, ਕਿਉਂਕਿ ਸਿਆਸੀ ਆਗੂਆਂ ਦਾ ਕੰਮ ਸਿਆਸਤ ਕਰਨੀ ਹੈ। ਹੁਣ ਅਕਾਲੀ ਦਲ ਕਾਂਗਰਸ ਦੇ ਉੱਪਰ ਸਿਆਸਤ ਕਰ ਰਹੀ ਹੈ, ਪਹਿਲਾਂ ਕਾਂਗਰਸ ਅਕਾਲੀ ਦਲ ਦੇ ਉੱਪਰ ਕਰਦੀ ਸੀ। ਅਸਲ ਦੇ ਵਿੱਚ ਪੰਜਾਬ ਦੀ ਜਵਾਨੀ ਨੂੰ ਜੇ ਕੋਈ ਮਾੜਾ ਮੋਟਾ ਨੌਜਵਾਨ ਕਰਾਹੇ ਪੈ ਗਿਆ, ਉਹਨੂੰ ਸੁਧਾਰ ਕੇ ਸਹੀ ਰਸਤੇ ਤੇ ਲੈ ਕੇ ਆਉਣ ਲਈ ਨਾ ਪਿਛਲੀ ਸਰਕਾਰ ਨੇ ਕੁਝ ਕੀਤਾ ਤੇ ਨਾ ਹੁਣ ਵਾਲੀ ਸਰਕਾਰ ਕੁਝ ਕਰ ਰਹੀ ਹੈ। ਜੇਲ੍ਹਾਂ ਦੇ ਮੈਂ ਤੁਹਾਨੂੰ ਅੰਕੜੇ ਦੱਸ ਦਿੰਦਾ ਕਿ ਪੰਜਾਬ ਦੇ ਵਿੱਚ ਜੇਲ੍ਹਾਂ ਦੇ ਵਿੱਚ ਨਾ ਆਰਟੀਆਈ ਦੀ ਜਾਣਕਾਰੀ ਮੈਂ ਜਨਤਕ ਕੀਤੀ ਸੀਗੀ, ਨਾ ਪਿਛਲੀ ਸਰਕਾਰ ਦੇ ਵਿੱਚ ਜੇਲ੍ਹਾਂ ਦੇ ਵਿੱਚ ਕੋਈ ਐਸਾ ਪਲਾਨ ਚੱਲ ਰਿਹਾ ਸੀਗਾ, ਕੋਈ ਐਸਾ ਪ੍ਰੋਗਰਾਮ ਚੱਲ ਰਿਹਾ ਸੀਗਾ ਨੌਜਵਾਨਾਂ ਨੂੰ ਸੁਧਾਰਨ ਦੇ ਲਈ, ਤੇ ਨਾ ਹੁਣ ਵਾਲੀ ਦੇ ਵਿੱਚ ਚੱਲ ਰਿਹਾ। ਠੀਕ ਹੈ, ਕੁਝ ਕਹਿਣਾ ਚਾਹੁੰਦੇ ਹੋ ਫਿਰ ਮੈਂ ਅੱਗੇ ਵਧਦਾ? ਹਾਂਜੀ, ਮੈਂ ਇੱਕੋ ਗੱਲ ਕਹਿਣੀ ਚਾਹੁੰਦਾ ਕਿ ਚੱਡਾ ਸਾਹਿਬ ਇੱਕੋ ਗੱਲ ਬਾਰ-ਬਾਰ ਕਹੀ ਜਾਂਦੇ, ਨਾ ਪਿਛਲੀ ਸਰਕਾਰ ਨਾ ਅਗਲੀ ਸਰਕਾਰ। ਮੈਂ ਪਹਿਲਾਂ ਜਿਹੜਾ ਗੱਲ ਕੀਤੀ ਸੀ ਕਿ ਜਿਹੜੀ ਚੱਡਾ ਸਾਹਿਬ ਦੀ ਪਾਰਟੀ ਹੈਗੀ ਆ ਨਾ, ਇਸ ਪਾਰਟੀ ਨੇ ਜਿਹੜੀ ਹੈਗੀ ਆ ਆਪੋਜੀਸ਼ਨ ਦੇ ਵਿੱਚ ਆਈ ਸੀ, ਔਰ ਆਪੋਜੀਸ਼ਨ ਦਾ ਲੀਡਰ ਆਫ ਦਾ ਆਪੋਜੀਸ਼ਨ ਇਹਨਾਂ ਦੇ ਸੀ। ਉਹਦੇ ਵਿੱਚ ਇਹਨਾਂ ਦਾ ਜਿਹੜਾ ਹੈਗੀ ਆ ਡੰਡੋ ਛਿੱਤਰੀ ਜਿਹੜਾ ਹੁੰਦਾ ਰਿਹਾ, ਉਹ ਸਾਰਾ ਕੁਝ ਚੱਲਦਾ ਰਿਹਾ। ਉਹ ਚੱਲਣ ਤੋਂ ਬਾਅਦ ਜਿਹੜੀ ਭੂਮਿਕਾ ਇਹਨਾਂ ਨੂੰ ਨਿਭਾਉਣੀ ਚਾਹੀਦੀ ਸੀ, ਜਿਹੜਾ ਚੈੱਕ ਇਹਨਾਂ ਨੂੰ ਸਰਕਾਰ ਤੇ ਰੱਖਣਾ ਚਾਹੀਦਾ ਸੀ, ਉਹ ਚੈੱਕ ਇਹ ਨਾ ਰੱਖ ਸਕੇ। ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਜਿਹੜੀ ਹੈਗੀ ਆ ਲੋਕਾਂ ਦੀ ਪਾਰਟੀ ਹੋਣ ਕਰਕੇ ਇਹ ਸਾਰਾ ਕੁਝ ਕਰ ਰਹੀ ਹੈਗੀ ਆ। ਇਹ ਬਾਰ-ਬਾਰ ਹੋਈ ਮੈਂ ਕਹਿੰਦਾ ਕਿ ਤੁਹਾਨੂੰ ਲੋਕਾਂ ਨੇ ਬਣਾ ਕੇ ਉਰੇ ਭੇਜਤਾ, ਤੁਹਾਨੂੰ ਲੀਡਰ ਆਫ ਦਾ ਆਪੋਜੀਸ਼ਨ ਬਣਾਤਾ ਹੈਗਾ, ਤੇ ਸਾਡੀਆਂ ਤਾਂ ਗਲਤੀਆਂ ਸੀ, ਇਸ ਕਰਕੇ ਅਸੀਂ ਤਾਂ ਬਾਹਰ ਬੈਠੇ, ਤੀਜੇ ਨੰਬਰ ਤੇ ਬੈਠੇ ਹੈਗੇ ਆ। ਤੁਸੀਂ ਕੀ ਸੁਧਾਰ ਲਿਆਂਦਾ, ਤੁਸੀਂ ਆਪਣੇ ਲੈਵਲ ਤੇ ਦੱਸ ਦਿਓ ਹੁਣ ਤੱਕ ਕੀ ਕਰਿਆ। ਚੱਡਾ ਸਾਹਿਬ ਜਲਦੀ ਚ ਰਿਐਕਸ਼ਨ ਫਿਰ ਮੈਂ ਅੱਗੇ ਜੋ ਆਰੋਪ ਇਹਨਾਂ ਨੇ ਆਮ ਆਦਮੀ ਪਾਰਟੀ ਦੇ ਉੱਪਰ ਲਾ ਰਹੇ ਨੇ ਕਿ ਆਪਸ ਦੇ ਵਿੱਚ ਲੜਦੇ ਰਹੇ ਨੇ ਲੀਡਰ ਆਪ, ਉਸ ਚੀਜ਼ ਤੇ ਅੱਡ ਚਰਚਾ ਹੋ ਸਕਦੀ ਹੈ। ਅੱਡ ਚਰਚਾ ਕਦੇ ਵੀ ਕਹਿਣ ਦਾ ਭਾਵ ਹੈ ਕਿ ਵਿਰੋਧੀ ਤੁਸੀਂ ਰੋਲ ਦੱਸ ਰਿਹਾ ਜੀ, ਮੈਂ ਤੁਹਾਨੂੰ ਦੱਸ ਰਿਹਾ ਜੀ, ਜੇ ਸਾਡਾ ਰੋਲ ਇਹ ਹੈ ਕਿ ਜੇ ਸੰਗਰੂਰ ਦੇ ਵਿੱਚ ਇੱਕ ਦਲਿਤ ਨੌਜਵਾਨ ਦੀ ਹੱਤਿਆ ਸਰਕਾਰੀ ਆਗੂਆਂ ਦੀ ਸ਼ਹਿ ਤੇ ਹੋਈ ਹੈ, ਉੱਥੇ ਆਮ ਆਦਮੀ ਪਾਰਟੀ ਨੇ, ਜਾਂ ਪੰਜਾਬ ਦੇ ਵਿੱਚ ਜੋ ਹੋਰ ਵੀ ਹੱਤਿਆਵਾਂ ਹੋਈਆਂ ਨੇ ਇਸ ਤਰ੍ਹਾਂ ਦੀਆਂ, ਆਮ ਆਦਮੀ ਪਾਰਟੀ ਨੇ ਉਸ ਤੇ ਕਰੜਾ ਸੰਘਰਸ਼ ਕੀਤਾ ਤੇ ਅੱਗੇ ਵੀ ਕਰੇਗੀ। ਪਰ ਇਸ ਚੀਜ਼ ਦੇ ਨਾਲ ਜੋ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਹੈ, ਉਹ ਇਸ ਚੀਜ਼ ਨੂੰ ਅੱਖੋਂ ਪਰੋਖੇ ਨਹੀਂ ਕਰ ਸਕਦੇ ਕਿ ਇਹਨਾਂ ਦੀ ਸਰਕਾਰ ਦੇ ਵਿੱਚ ਸਿਆਸੀ ਸ਼ਹਿ ਦੇ ਨਾਲ ਕ੍ਰਾਈਮ ਨਹੀਂ ਹੋਏ, ਇਹਨਾਂ ਦੀ ਸਰਕਾਰ ਦੇ ਵਿੱਚ ਇਸ ਤਰ੍ਹਾਂ ਦੀਆਂ ਹੱਤਿਆਵਾਂ ਨਹੀਂ ਹੋਈਆਂ। ਇਸ ਚੀਜ਼ ਦੇ ਨਾਲ ਇਸ ਚੀਜ਼ ਨੂੰ ਇੱਕ ਮਿੰਟ ਹੁਣ ਮੈਂ ਰਿਐਕਸ਼ਨ ਲੈ ਲਓ। ਹਾਂਜੀ ਗੁਰਪ੍ਰੀਤ ਢਿੱਲੋਂ ਜੀ, ਢਿੱਲੋਂ ਸਾਹਿਬ ਅਸੀਂ ਬੜੀ ਸਾਰੀ ਡਿਬੇਟ ਕਰਦੇ ਹਾਂ, ਤੁਸੀਂ ਮੇਰੀ ਡਿਬੇਟਸ ਆਉਂਦੇ ਹੋ, ਬੜੀ ਸਾਰੀ ਸਿਆਸਤ ਹੁੰਦੀ ਹੈ,
ਤੀਰਅੰਦਾਜ਼ੀ ਵੀ ਹੁੰਦੀ ਹੈ, ਅਸੀਂ ਤਲਕ ਕਲਾਮੀ ਵੀ ਹੋ ਜਾਂਦੀ ਹੈ। ਕਿ ਵਾਕਈ ਇਦਾਂ ਦੀ ਸਿਚੁਏਸ਼ਨ ਵੀ ਬਣ ਜਾਂਦੀ ਹੈ ਕਿ ਮਰਡਰ ਤੱਕ ਗੱਲ ਪਹੁੰਚ ਜੇ? ਜਿਹੜਾ ਅਕਾਲੀ ਦਲ ਇਲਜ਼ਾਮ ਲਾ ਰਿਹਾ ਕਿ ਘੱਟੋ ਘੱਟ ਉਹਦੇ 20 ਵਰਕਰ ਨੇ ਹੁਣ ਤੱਕ ਕਤਲ ਕੀਤੇ ਜਾ ਚੁੱਕੇ ਨੇ, ਔਰ ਸਾਰੇ ਦੇ ਸਾਰੇ ਸਿਆਸੀ ਕਤਲ, ਇੱਥੇ ਤੱਕ ਵੀ ਸਿਆਸਤ ਜਾ ਚਲਦੀ ਹੈ? ਹਰਪ੍ਰੀਤ, ਮੈਂ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਇੱਕ ਗੱਲ ਕਹਿਣੀ ਚਾਹੂੰਗਾ ਕਿ ਠੀਕ ਹੈ, ਸਿਆਸਤ ਆਪਣੀ ਆਪਣੀ ਥਾਂ, ਹਰ ਪਾਰਟੀ ਦੀ ਆਪਣੀ ਵਿਚਾਰਧਾਰਾ, ਇੱਕ ਸਾਡਾ ਆਪਣਾ ਸੋਚਣ ਦਾ ਤਰੀਕਾ, ਇੱਕ ਸਾਡਾ ਕੰਮ ਕਰਨ ਦਾ ਤਰੀਕਾ ਹੋ ਸਕਦਾ, ਪਰ ਕਦੀ ਵੀ ਜਿਹੜਾ ਇਹਨੂੰ ਇਸ ਲੈਵਲ ਤੱਕ ਡਿੱਗਣ ਦਾ ਜਿਹੜਾ ਉਹ ਨਹੀਂ ਹੋਣਾ ਚਾਹੀਦਾ ਵੀ ਇੱਕ ਦੂਜੇ ਦੇ ਮਰਡਰ ਕਰਨ ਤੱਕ ਗੱਲ ਪਹੁੰਚ ਜੇ। ਤੁਸੀਂ ਆਪਣੀ ਗੱਲਬਾਤ ਰੱਖਣੀ ਹੈ ਪਬਲਿਕ ਦੇ ਵਿੱਚ, ਪਬਲਿਕ ਜੇ ਤੁਹਾਨੂੰ ਐਕਸੈਪਟ ਕਰਦੀ ਹੈ, ਤੁਹਾਨੂੰ ਚੁਣਦੀ ਹੈ, ਤੁਸੀਂ ਚੁਣ ਕੇ ਆਪਣਾ ਵਿਧਾਨ ਸਭਾ 'ਚ ਆ ਜਾਂਦੇ ਹੋ ਜਾਂ ਪਾਰਲੀਮੈਂਟ 'ਚ ਚਲੇ ਜਾਂਦੇ ਹੋ, ਤੁਸੀਂ ਆਪਣੇ ਢੰਗ ਨਾਲ ਜਿੱਦਾਂ ਤੁਸੀਂ ਲੋਕਾਂ ਦੀ ਸੇਵਾ ਕਰਨਾ ਚਾਹੁੰਦੇ ਹੋ ਜਾਂ ਤੁਹਾਡੇ ਵਿਚਾਰ ਜਿਹੋ ਜਿਹੇ ਹੈਗੇ ਨੇ ਉਸ ਢੰਗ ਨਾਲ ਤੁਸੀਂ ਆਪਣਾ ਕੰਮ ਕਰੋ। ਜੇ ਤੁਹਾਨੂੰ ਚੁਣ ਕੇ ਲੈਣ ਦਾ ਤੇ ਤਾਂ ਤੁਸੀਂ ਕਰੋ, ਜੇ ਤੁਹਾਨੂੰ ਆਪੋਜੀਸ਼ਨ ਦਾ ਰੋਲ ਦਿੱਤਾ ਤੁਸੀਂ ਆਪੋਜੀਸ਼ਨ ਦੇ ਰੋਲ 'ਚ ਆਓ। ਇਹ ਜਿਹੜਾ ਮਾਰਨ ਮਰਾਉਣ ਹੈ ਜਾਂ ਕਤਲੋ ਗੈਰਤ ਹੈ, ਇਹ ਕੋਈ ਚੰਗਾ ਲੋਕਤੰਤਰਕ ਦੇਸ਼ ਦੇ ਵਿੱਚ ਇਹ ਕੋਈ ਚੰਗੇ ਸੰਕੇਤ ਨਹੀਂ। ਪਰ ਮੰਦਭਾਗਾ ਹੈ ਕਿ ਇਹ ਅੱਜ ਇਹੋ ਜਿਹੇ ਹਾਲਾਤ ਬਣਦੇ ਜਾ ਰਹੇ ਨੇ ਕਿ ਕਾਂਗਰਸ ਪਾਰਟੀ ਤੋਂ ਬਰਦਾਸ਼ਤ ਹੀ ਨਹੀਂ ਹੋ ਰਿਹਾ ਕਿ ਆਪੋਜੀਸ਼ਨ ਦੇ ਕੋਈ ਲੀਡਰ ਜਿਹੜੇ ਹੈ, ਕੋਈ ਸਿਰਕੜਵਾਂ ਲੀਡਰ ਆਉਂਦਾ ਜਾਂ ਕੋਈ ਚੰਗਾ ਕਿਸੇ ਪਾਸ ਕੰਮ ਕਰਦਾ, ਉਹਨਾਂ ਤੋਂ ਬਰਦਾਸ਼ਤ ਹੀ ਨਹੀਂ, ਉਹਨੂੰ ਕਤਲ ਕਰਨ ਤੱਕ ਜਾ ਰਹੇ ਨੇ। ਔਰ ਦੂਜੀ ਗੱਲ ਮੈਂ ਕਹਿਣੀ ਚਾਹੂੰਗਾ, ਮੇਰੇ ਵੀਰ ਚੱਡਾ ਸਾਹਿਬ ਨੇ ਬੜਾ ਜ਼ੋਰ ਦੇ ਕੇ ਗੱਲ ਕੀਤੀ ਕਿ ਅਕਾਲੀ ਦਲ ਤੇ ਕਾਂਗਰਸ ਨੇ ਤੇ ਸਿਆਸੀ ਸ਼ਹਿ ਤੇ ਇਹ ਉਹ। ਮੈਂ ਇਹਨਾਂ ਨੂੰ ਯਾਦ ਕਰਾਦਾ, ਥੋੜੇ ਦਿਨ ਪਹਿਲਾਂ ਦੀ ਗੱਲ ਹੈ, ਦਿੱਲੀ ਦੇ ਵਿੱਚ ਜਿਹੜੇ ਦੰਗੇ ਭੜਕੇ ਉਹਨਾਂ ਦੇ ਵਿੱਚ ਸਭ ਤੋਂ ਵੱਡਾ ਨਾਮ ਜੇ ਕਿਸੇ ਸ਼ਖਸ ਦਾ ਆਇਆ, ਉਹ ਆਮ ਆਦਮੀ ਪਾਰਟੀ ਦਾ ਅਮਾਨਤੁੱਲਾ ਖਾਨ ਦਾ ਨਾਮ ਆਇਆ। ਦੰਗੇ ਕਰਵਾਏ ਦਿੱਲੀ ਦੇ ਵਿੱਚ ਤੁਹਾਡੀ ਆਮ ਆਦਮੀ ਪਾਰਟੀ ਨੇ, ਅੱਗਾਂ ਲਵਾਈਆਂ ਨੇ, ਉੱਥੇ ਲੋਕਾਂ ਦੇ ਪ੍ਰਾਪਰਟੀਆਂ ਨੂੰ ਸਾੜਿਆ, ਪਬਲਿਕ ਪ੍ਰਾਪਰਟੀ ਨੂੰ ਸਾੜਿਆ, ਔਰ ਬਹੁਤ ਨਾ ਬੇਇੰਤਹਾ ਜਿਹੜਾ ਉੱਥੇ ਦਹਿਸ਼ਤਗਰਦੀ ਦਾ ਪਰਿਚੈ ਦਿੱਤਾ ਹੈ, ਉਹ ਆਮ ਆਦਮੀ ਪਾਰਟੀ ਦੇ ਅਮਾਨਤੁੱਲਾ ਖਾਨ, ਇੱਕ ਤੇ ਇਹਨਾਂ ਦਾ ਐਮਐਲਏ ਹੈ, ਦੂਜੇ ਇਹਨਾਂ ਦੇ ਕਾਉਂਸਲਰਸ ਨੇ। ਚਲੋ ਆਪਾਂ ਫਿਰ ਤੁਸੀਂ ਕਿਹੜੀਆਂ ਗੱਲਾਂ ਕਰਦੇ ਹੋ? ਅੱਜ ਜੇ ਤੁਹਾਨੂੰ ਪੰਜਾਬ ਦੇ ਵਿੱਚ ਮੌਕਾ ਦਿੱਤਾ ਸੀਗਾ ਪੰਜਾਬ ਦੀ ਜਨਤਾ ਨੇ ਕਿ ਤੁਸੀਂ ਆਪੋਜੀਸ਼ਨ ਦੇ ਵਿੱਚ ਬੈਠੋ, ਵਿਧਾਨ ਸਭਾ ਦੇ ਵਿੱਚ ਜਿਹੜੀ ਪਬਲਿਕ ਦੀਆਂ ਆਵਾਜ਼ਾਂ ਚੁੱਕੋ, ਇਹਨਾਂ ਦੀ ਸਰਕਾਰ ਦੇ ਉੱਤੇ ਰੋਕ ਟੋਕ ਲਾਓ, ਪਰ ਤੁਸੀਂ ਆਪਸੀ ਲੜਾਈ ਕਰ ਕਰਕੇ 4 ਉਧਰ ਚਲੇ ਗਏ, 2 ਉਧਰ ਚਲੇ ਗਏ, 3 ਉਧਰ ਚਲੇ ਗਏ। ਅੱਜ ਬਚੇ ਕਿੰਨੇ ਨੇ ਕੁੱਲ ਐਮਐਲਏ ਤੁਹਾਡੇ? 20 ਜਿੱਤ ਕੇ ਆਏ ਸੀਗੇ ਆਮ ਆਦਮੀ ਪਾਰਟੀ ਦੇ, ਅੱਜ ਬਚੇ ਕਿੰਨੇ ਨੇ? ਚਲੋ ਸ਼ਾਮ ਤੱਕ ਕੀ ਗਿਣਤੀ ਹੋਣੀ ਹੈ ਇਹ ਵੀ ਨਹੀਂ ਪਤਾ। ਠੀਕ ਹੈ ਮੈਂ ਇੱਕ ਮਿੰਟ ਚੱਡਾ ਸਾਹਿਬ, ਮੈਨੂੰ ਸ਼ਾਮ ਨੂੰ ਕੀ ਗਿਣਤੀ ਹੈ? ਸੁਖਬੀਰ ਬਾਜਵਾ ਸਾਹਿਬ ਦੇ ਨਾਲ ਫਿਰ ਚੱਡਾ ਸਾਹਿਬ ਆ ਜਾਂਦਾ ਮੈਂ ਤੁਹਾਡੇ ਕੋਲ। ਸੁਖਬੀਰ ਬਾਜਵਾ ਜੀ, ਬਾਜਵਾ ਸਾਹਿਬ ਅੱਜ ਜਿਹੜੀ ਪ੍ਰੈਸ ਕਾਨਫਰੰਸ ਮਜੀਠੀਆ ਸਾਹਿਬ ਨੇ ਕੀਤੀ, ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਰੰਧਾਵਾ ਜੱਗੂ ਨੈਕਸਸ ਦੇ ਖੁਲਾਸੇ ਤੋਂ ਬਾਅਦ ਮੈਨੂੰ ਟਾਰਗੇਟ ਕੀਤਾ ਜਾ ਰਿਹਾ। ਇੱਕ ਐਮਐਲਏ ਜਿਹੜਾ ਸਾਬਕਾ ਮੰਤਰੀ ਰਿਹਾ ਹੋਵੇ, ਉਹ ਇਹ ਗੱਲ ਕਹਿ ਦੇ, ਕਿੰਨੀ ਕੁ ਗੰਭੀਰ ਗੱਲ ਹੁੰਦੀ ਹੈ ਜਾਂ ਕਿੰਨਾ ਕੁ ਤਰਕ ਵਾਜਬ ਲੱਗਦਾ? ਦੇਖੋ, ਗੱਲ ਕੀ ਹੈ ਕਿ ਓਪੋਜੀਸ਼ਨ 'ਚ ਹੈਗੇ ਨੇ, ਉਹਨਾਂ ਦੇ ਕੁਝ ਗੱਲਾਂ ਜਾਇਜ਼ ਨੇ ਕਿ ਕਿਉਂਕਿ ਜਿਹੜੀ ਹਾਲਾਤ ਮੌਜੂਦਾ ਬਣ ਰਿਹਾ ਹੈ ਜੀ, ਹੁਣ ਕਿਉਂਕਿ ਸਾਰਾ ਫੋਕਸ ਮੈਂ ਦੇਖਿਆ ਜੀ, ਇਹ ਹੁਣ ਲੋਕਤੰਤਰ ਦੀ ਆਪਾਂ ਗੱਲ ਕਰਦੇ ਹਾਂ, ਗੱਲ ਸਾਰੀ ਇਹ ਹੈਗੀ ਹੈ ਕਿ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਵੀ ਹੁਣ ਜੇ ਕਿਸੇ ਦੇ ਉੱਪਰ ਕੋਈ ਕਤਲ ਗੈਰਤ ਹੁੰਦੀ ਹੈ, ਘੱਟੋ ਘੱਟ ਤੁਸੀਂ ਉਸਨੂੰ ਉਸ ਦੀ ਪੋਲਿਟਿਕਸ ਨਾ ਕਰੋ। ਪਹਿਲੀ ਗੱਲ ਤੇ ਹੈ। ਹੁਣ ਮੇਰੇ ਵੀ ਦੇਖੋ, ਆ ਕੇ ਮੈਂ ਦੇਖਿਆ ਇੱਕ ਅਕਾਲੀ ਦਲ ਇੱਕ ਆਮ ਆਦਮੀ ਪਾਰਟੀ ਆਪਸੀ ਗੱਲ ਕਰਦੇ ਆ ਕਿ ਉਹਨੇ ਇਸ ਤਰ੍ਹਾਂ ਕੀਤਾ। ਮੇਰੇ ਕੋਲ ਅੰਕੜੇ ਪਏ ਆ, ਹਾਲਾਤ ਹੈ ਹੁਣ ਵੀ 15,395 ਪਰਚੇ ਸਾਲ 'ਚ ਐਂਡ 'ਚ 22,000 ਪਹੁੰਚ ਗਏ, ਘਟੇ ਨਹੀਂ ਵਧੇ ਹੀ ਨਹੀਂ। ਮਤਲਬ ਕਹਿੰਦਾ ਕਿ ਹੈ ਕਿ ਜਿਹੜੀ ਆ ਪੋਲੀਟੀਕਲ ਮਰਡਰ ਜਿਹਨੂੰ ਆਪਾਂ ਸ਼ੇਪ ਦੇ ਰਹੇ ਆ ਜਾਂ ਪੋਲੀਟੀਕਲ ਮਰਡਰ ਹੋ ਰਿਹਾ ਹੈ ਜਾਂ ਕੋਈ ਨਾ ਕੋਈ ਪਿੱਛੇ ਕੋਈ ਗੈਂਗਸਟਰ ਦੀ ਗੱਲ ਕਰਦੇ ਆ, ਇਹ ਮੰਦਭਾਗੀ ਗੱਲ ਹੈ ਜੀ। ਆ ਕਿ ਪੰਜਾਬ ਦੀ ਪੋਲਿਟਿਕਸ ਦਾ ਕਲਚਰ ਚੇਂਜ ਹੁੰਦਾ ਜਾ ਰਿਹਾ ਕਿ ਰੋਪ ਪ੍ਰਤੀ ਰੋਪ ਦੀ ਜਗ੍ਹਾ ਕਤਲੋ ਗੈਰਤ ਹੋ ਰਹੀ ਹੈ, ਇਹ ਮਾੜੀ ਗੱਲ ਹੈ। ਨੰਬਰ 1। ਨੰਬਰ ਤਕਰੀਰਾਂ ਤੱਕ ਠੀਕ ਹੈ, ਮੁੱਦਿਆਂ ਤੱਕ ਠੀਕ ਹੈ, ਮੁੱਦੇ ਆ ਰੋਪ ਪ੍ਰਤੀ ਰੋਪ ਲੱਗਦੇ ਨੇ, ਦਿੰਦੇ ਨੇ, ਸ਼ਿਕਾਇਤਾਂ ਪਹੁੰਚਦੀਆਂ ਨੇ, ਮਾੜਾ ਮੋਟਾ ਵਰਕਰ ਹੁੰਦਾ 57 ਹੋ ਜਾਂਦੀ ਜਾਇਜ਼ ਹੈ, ਚਲੋ ਠੀਕ ਹੈ। ਇਹ ਆਪਣੇ ਪਿੰਡ 'ਚ ਹੁੰਦਾ ਵੀ ਹੈ, 57 ਤੇ ਹੋਇਆ ਅਕਸਰ ਹੀ ਹੁੰਦਾ, 35 ਸਮਝੌਤਾ ਘਰ ਪਟਾਤੇ। ਲੇਕਿਨ ਪਿਛਲੇ ਕੁਝ ਸਮੇਂ ਦੌਰਾਨ, ਕਿਉਂਕਿ ਮੈਂ ਕਹਾਂਗਾ ਅਕਾਲੀ ਦਲ ਸਰਕਾਰ ਵੇਲੇ ਵੀ ਇੱਦਾਂ ਹੀ ਦੇਖੋ ਕੁਝ ਚੀਜ਼ਾਂ ਤਾਂ ਹੁੰਦਾ ਰਿਹਾ ਆ ਕੇ, ਲੇਕਿਨ ਮੈਂ ਉਸ ਸਰਕਾਰ ਦੀ ਚਾਹੇ ਸਰਕਾਰ ਦੀ ਮੈਂ ਗੱਲ ਕਰਾਂ, ਸਿਰਫ ਇੰਨੀ ਗੱਲ ਹੈ ਕਿ ਤੁਸੀਂ ਘੱਟੋ ਘੱਟ ਲੋਕਾਂ ਦੇ ਮਨਾਂ ਵਿੱਚ ਇੱਦਾਂ ਦੀਆਂ ਤਲਖੀਆਂ ਪੈਦਾ ਨਾ ਕਰੋ ਕਿ ਆਪਸੀ ਰੰਜਿਸ਼ ਜਿਹੜੀ ਹੈ, ਕਿਸੇ ਦਾ ਪਿਓ ਚੱਲ ਜਾਏ, ਕਿਸੇ ਦਾ ਭਰਾ ਚੱਲ ਜਾਏ, ਕਿਸੇ ਦੀ ਮਾਂ ਚੱਲ ਜਾਏ, ਕਿਸੇ ਦੀ ਭੈਣ ਚੱਲ ਜਾਏ, ਕੁਝ ਹੋ ਜਾ ਕੇ ਇਹ ਕਤਲ ਹੋਣਾ ਕੇ। ਦੇਖੋ, ਉਸ ਪਰਿਵਾਰ ਨਾਲ ਜੇ ਜੁੜਿਆ, ਅਕਾਲੀ ਦਲ ਨਾਲ ਜੁੜਿਆ ਜਾਂ ਕਿਸੇ ਦਾ ਕਰੀਬੀ ਹੈਗਾ, ਉਹ ਉਹਦਾ ਦੋਸ਼ੀ ਨਹੀਂ ਕਿ ਵੀ ਤੁਸੀਂ ਉਹਦੇ ਕੋਈ ਸਰਟੀਫਿਕੇਟ ਮਿਲ ਗਿਆ। ਉਹ ਹਰ ਕੋਈ ਆਪੋ ਆਪਣੀ ਸੋਚ ਹੈ, ਤੁਸੀਂ ਉਹਦੀ ਜਿਹੜੀ ਆਸਥਾ ਨੂੰ ਕਿਸੇ ਨੂੰ ਤੁਸੀਂ ਜੋੜ ਨਹੀਂ ਸਕਦੇ। ਜਦ ਤੱਕ ਰਹੀ ਗੱਲ ਹੁਣ ਆਪਣੀ ਕਹਿੰਦੇ ਆ ਇਹਦਾ
ਹੁਣ ਜਿਹੜੀ ਪਰ ਗੱਲ ਇਹ ਹੈ ਨਾ ਕਿ ਚਲੋ ਹੋ ਗਿਆ, ਦੇਖੋ, ਉਸ ਤੋਂ ਬਾਅਦ ਕਾਰਵਾਈ ਕਿੱਥੇ ਹੋਈ? ਕਾਰਵਾਈ ਦੇਖੋ, ਹੁਣ ਪਿੱਛੇ ਜੇ ਇੱਕ ਸਰਪੰਚ ਦਾ ਮਰਡਰ ਹੋਇਆ, ਉਹ ਹਾਲੇ ਤੱਕ ਕਿਸੇ ਤਰ੍ਹਾਂ ਹੀ ਚੱਲ ਰਿਹਾ ਦੇਖੋ ਮਾਮਲਾ। ਗੱਲ ਕੀ ਹੈ ਜੀ, ਇਹ ਸਰਕਾਰਾਂ ਦੀਆਂ ਨਲਾਇਕੀਆਂ ਨੇ, ਸਰਕਾਰ ਦੀ ਨਲਾਇਕੀ ਹੁੰਦੀ ਹੈ, ਕਿਉਂਕਿ ਜੇ 302 ਦੀ ਵੀ ਤੁਸੀਂ ਅਗਰ ਕੋਈ ਦੇਰੀ ਕਰਦੇ ਹੋ ਤਾਂ ਇਸ ਤੋਂ ਵੱਡੀ ਨਲਾਇਕੀ ਨਹੀਂ ਹੋ ਸਕਦੀ, ਨੰਬਰ 1। ਨੰਬਰ 2, ਔਰ ਜੇ ਓਪੋਜੀਸ਼ਨ ਦਾ ਰੋਲ ਦੀ ਗੱਲ ਕਰਦੇ ਆ, ਮੈਂ ਕਹਿੰਦਾ ਜੀ ਅਕਾਲੀ ਦਲ ਨਿਭਾਵੇ, ਆਮ ਆਦਮੀ ਪਾਰਟੀ ਨਿਭਾਵੇ, ਘੱਟ ਲੋਕਾਂ 'ਚ ਮੈਸੇਜ ਚੰਗਾ ਤਾਂ ਦਿਓ ਆ ਕੇ। ਤੁਸੀਂ ਚਲੋ ਇਹ ਮੈਂ ਗੈਂਗਸਟਰ ਕਲਚਰ ਜਿਹੜਾ ਪੰਜਾਬ ਦਾ ਭਾਈ ਸਾਹਿਬ ਹਰਪ੍ਰੀਤ ਜੀ ਹੈ ਹੀ ਨਹੀਂ ਸੀ ਆ ਕੇ, ਹੈ ਹੀ ਨਹੀਂ ਸੀ। ਇਹ ਜੋ ਗੈਂਗਸਟਰ ਇਹ ਬਣਾਤੇ ਨੇ, ਆ ਰਹੇ ਨੇ ਪੋਲੀਟੀਸ਼ੀਅਨ ਦੇ ਸ਼ੈਲਟਰ ਦੀ ਰੋਪ ਇੱਕ ਲਗਾ ਰਹੇ ਨੇ, ਸੀਐਮ ਜਾਂਚ ਕਰ ਰਹੇ ਨੇ, ਕਿਨੂੰ ਕੁਝ ਕਰ ਰਹੇ ਨੇ। ਮੈਂ ਨਹੀਂ ਕਹਿੰਦਾ, ਮੈਂ ਕਹਿੰਦਾ ਵੀ ਇਹਨਾਂ ਨੌਬਤ ਆਵੇ ਕਿਉਂ। ਦੂਜੀ ਗੱਲ ਹੈ ਜੇਲ੍ਹਾਂ ਦੇ ਵਿੱਚ ਨੈਟਵਰਕ ਦੀ ਗੱਲ ਕਰਦੇ, ਮੈਂ ਇਹ ਪਹਿਲੀ ਸਰਕਾਰ ਕਾਲੀ ਬੀਜੇਪੀ ਨਹੀਂ ਫੜ ਪਾਈ, ਨਾ ਕਰ ਪਾ ਰਹੀ ਹੈ। ਇੱਕ ਛੋਟੇ ਜਿਹੇ ਬ੍ਰੇਕ ਲਈ ਇੱਥੇ ਰੁਕ ਰਹੇ ਹਾਂ, ਬ੍ਰੇਕ ਤੋਂ ਬਾਅਦ ਜਲਦ ਹਾਜ਼ਰ ਹੋਣੇ। ਸਾਡੇ ਨਾਲ ਬਰਿੰਦਰ ਸਿੰਘ ਢਿੱਲੋਂ ਸਾਹਿਬ ਸੀਨੀਅਰ ਕਾਂਗਰਸੀ ਆਗੂ ਨੇ, ਉਹ ਜੁੜ ਗਏ ਨੇ। ਢਿੱਲੋਂ ਸਾਹਿਬ, ਮੇਰੀ ਆਵਾਜ਼ ਤੁਹਾਨੂੰ ਆ ਰਹੀ ਹੈ? ਢਿੱਲੋਂ ਸਾਹਿਬ, ਵਿਰੋਧੀ ਧਿਰ ਭਾਵੇਂ ਉਹ ਆਮ ਆਦਮੀ ਪਾਰਟੀ ਹੋਵੇ ਜਾਂ ਅਕਾਲੀ ਦਲ ਹੋਵੇ, ਉਹ ਇਲਜ਼ਾਮ ਲਾ ਰਹੇ ਨੇ ਕਿ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਬਹੁਤ ਮਾੜੀ ਹੈ ਪੂਰੇ ਪੰਜਾਬ ਦੇ ਵਿੱਚ, ਖਾਸ ਤੌਰ ਤੇ ਸਿਆਸੀ ਦਖਲਅੰਦਾਜ਼ੀ ਕਰਕੇ ਇਹ ਸਿਚੁਏਸ਼ਨ ਜ਼ਿਆਦਾ ਮਾੜੀ ਹੋਈ ਪਈ ਹੈ ਔਰ ਸਰਕਾਰ ਚੁੱਪ ਕਰਕੇ ਬੈਠੀ ਹੈ। ਖਾਸ ਤੌਰ ਤੇ ਜੇਲ੍ਹ ਮੰਤਰੀ ਸੁਖਜਿੰਦਰ ਰੰਧਾਵਾ ਉੱਤੇ ਤੀਰ ਕੱਸੇ ਜਾ ਰਹੇ ਨੇ। ਚੀਜ਼ਾਂ ਤੋਂ ਡਾਇਵਰਟ ਕਰਨ ਨੂੰ ਇਸ਼ੂਜ਼, ਇਹ ਆਪਣਾ ਐਵੇਂ ਬਿਨਾਂ ਕਿਸੇ ਗੱਲੋਂ ਸੈਂਸੇਸ਼ਨਲਾਈਜ਼ ਕਰਨ ਲੱਗ ਪੈਂਦੇ ਆ। ਢਿੱਲੋਂ ਸਾਹਿਬ, ਅੱਛਾ ਚਲੋ ਮੈਂ ਢਿੱਲੋਂ ਸਾਹਿਬ ਇੱਕ ਸਵਾਲ ਮੇਰੇ ਲੈ ਲਿਓ। ਢਿੱਲੋਂ ਸਾਹਿਬ, ਅਗਰ ਕਿਤੇ ਢਿੱਲੋਂ ਸਾਹਿਬ ਪੰਚ ਦਾ ਕੋਈ ਮਰਡਰ ਹੁੰਦਾ, ਜੀ ਬੜੀ ਦੁਖੀ ਵਾਲੀ ਗੱਲ ਆ, ਬੜੀ ਮਾੜੀ ਗੱਲ ਆ। ਅੱਛਾ ਮੈਨੂੰ ਇੱਕ ਗੱਲ ਤਾਂ ਦੱਸੋ ਕੀ ਅੱਛਾ ਮੈਨੂੰ ਦੱਸੋ ਸੁਖਜਿੰਦਰ ਰੰਧਾਵੇ ਨਾਲ ਜੋੜਨਾ, ਇਹ ਤਾਂ ਸ਼ਰੇਆਮ ਮਤਲਬ ਅਟੈਂਸ਼ਨ ਡਾਇਵਰਟ ਕਰਨ ਵਾਲੀ ਗੱਲ। ਢਿੱਲੋਂ ਸਾਹਿਬ, ਦਲਬੀਰ ਸਿੰਘ ਢਿੱਲੋਂ ਤੇ ਬਾਬਾ ਗੁਰਦੀਪ ਸਿੰਘ, ਦੋ ਅਹਿਮ ਆਗੂ ਜਿਨ੍ਹਾਂ ਦਾ ਕਤਲ ਹੋਇਆ, ਕੀ ਤੁਸੀਂ ਇਹ ਮੰਨਦੇ ਹੋ ਕਿ ਇਹਦੇ ਵਿੱਚ ਕੋਈ ਸਿਆਸਤ ਨਹੀਂ ਹੈ, ਕੁਝ ਨਹੀਂ ਹੈ? ਇੰਨਾ ਵੱਡਾ ਕੋਇਨਸੀਡੈਂਟ ਹੋ ਸਕਦਾ ਕਿ ਦੋ ਅਕਾਲੀ ਦਲ ਦੇ ਵਰਕਰ ਇੱਕ ਮਹੀਨੇ ਦੇ ਵਿੱਚ ਕਤਲ ਹੋ ਜਾਣ, ਤੇ ਕੋਇਨਸੀਡੈਂਟ ਹੈ ਇੰਨਾ ਵੱਡਾ? ਭਾਜੀ ਮੇਰੀ ਇੱਕ ਬੇਨਤੀ ਨਹੀਂ ਕਾ, ਬਸ ਐਵੇਂ ਆਪਾਂ ਕਿਸੇ ਬੰਦੇ ਦੇ ਕਰੈਕਟਰ ਅਸੈਸੀਨੇਸ਼ਨ ਕਰਨ ਤੋਂ ਪਹਿਲਾਂ ਮਾੜਾ ਮੋਟਾ ਤੁਸੀਂ ਉਸ ਏਰੀਏ ਦੇ ਵਿੱਚ ਜਾਂ ਤਾਂ ਹੋਵੇ ਨਾ ਵੀ ਉਸ ਏਰੀਏ ਦੇ ਵਿੱਚ ਪਹਿਲੀ ਵਾਰ ਕਤਲ ਹੋਇਆ, ਜਿਹੜਾ ਆਪਣਾ ਮਾਝਾ ਬੈਲਟ ਆ ਉਹਦੇ ਵਿੱਚ ਇਹ ਪ੍ਰੋਬਲਮ ਕਿਤੇ ਨਾ ਕਿਤੇ ਫੇਸ ਕਰੀ ਹੁੰਦੀ ਆ। ਹਾਂ ਪਹਿਲਾਂ ਕਿੰਨੇ ਹੋਏ ਸੀ, ਹੁਣ ਕਿੰਨੇ ਹੋਏ, ਉਹਦੇ ਬਾਰੇ ਜ਼ਰੂਰ ਆਪਾਂ ਕੀ ਕਹਿੰਦੇ ਫੈਕਟਸ ਦੇ ਉੱਤੇ ਆਪਣਾ ਬਹਿਸ ਕਰ ਸਕਦੇ ਆ। ਚਲੋ ਆਪਾਂ ਜਵਾਬ ਲੈ ਲੈਣੇ ਆ। ਹਾਂਜੀ ਧਾਰਨੀ ਸਾਹਿਬ, ਪਹਿਲੀ ਗੱਲ ਤਾਂ ਮੈਂ ਢਿੱਲੋਂ ਸਾਹਿਬ ਇਸ ਡਿਬੇਟ ਦੇ ਵਿੱਚ ਆਏ ਹੈਗੇ ਆ, ਢਿੱਲੋਂ ਸਾਹਿਬ ਵਧੀਆ ਤਰੀਕੇ ਨਾਲ ਉਹ ਕਰਨ, ਡਿਬੇਟ ਕਰਨ। ਇਹ ਕਹਿੰਦੇ ਫੈਕਟਸ ਐਂਡ ਫਿਗਰਸ ਦਾ ਨਹੀਂ ਪਤਾ ਹੈਗਾ। ਮੈਂ ਪਿਛਲੇ 3-4 ਦਿਨਾਂ ਤੋਂ ਇਹਨਾਂ ਦੀਆਂ ਡਿਬੇਟਸ ਦੇਖ ਰਿਹਾ, ਆਹੀ ਗਿਣਵੇਂ ਸਵਾਲ ਇਹਨਾਂ ਕੋਲ ਹੈਗੇ ਆ ਕਿ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ ਉਦੋਂ ਡਰੱਗ ਦਾ ਮਾਮਲਾ ਤਾਂ, ਉਦੋਂ ਬਰਗਾੜੀ ਦਾ ਮਾਮਲਾ ਤਾਂ, ਉਦੋਂ ਡੇਰੇ ਸੱਚੇ ਸੌਦੇ ਦਾ ਮਾਮਲਾ ਤਾਂ। ਇਹ ਤਿੰਨ ਗੱਲਾਂ ਤੋਂ ਬਿਨਾਂ ਚੌਥੀ ਗੱਲ ਜੇ ਢਿੱਲੋਂ ਸਾਹਿਬ ਨੂੰ ਕੋਈ ਆਉਂਦੀ ਆ, ਕੋਈ ਨਵੀਂ ਉਹਨਾਂ ਨੇ ਕਰੀ ਹੈਗੀ ਆ ਤਾਂ ਉਹ ਦੱਸ ਦੇਣ। ਅਸੀਂ ਇਹ ਗੱਲ ਕਹਿ ਰਹੇ ਹਾਂ ਕਿ ਆ ਹਿੰਦੁਸਤਾਨ ਟਾਈਮਜ਼ ਦੀ ਬੜੀ ਡਿਟੇਲਡ ਰਿਪੋਰਟ ਹੈਗੀ ਆ, ਇਹ ਸਾਡੀ ਰਿਪੋਰਟ ਨਹੀਂ ਹੈਗੀ, ਅਸੀਂ ਨਹੀਂ ਭੇਜੀ ਹੈਗੀ, ਨਾ ਇਹ ਵਿਕਰਮਜੀਤ ਸਿੰਘ ਮਜੀਠੀਆ ਦੀ ਰਿਪੋਰਟ ਹੈਗੀ ਆ। ਇਹ ਸਾਰੇ ਪੁਲਿਸ ਤੇ ਕੁਐਸਚਨ ਚੱਕੇ ਵੇ ਹੈਗੇ ਆ, ਸਾਰੀ ਪੁਲਿਸ ਦੀ ਜਿਹੜੀ ਹੈਗੀ ਆ ਨਾਕਾਮੀਆਂ ਦਿਖਾਈਆਂ ਵੀ ਹੈਗੀਆਂ। ਬੱਗੂ ਜਿਹੜਾ ਹੈਗਾ ਜੱਗੂ ਭਗਵਾਨਪੁਰੀਆ, ਉਹਦੀਆਂ ਸਾਰੀਆਂ ਜਿਹੜੀਆਂ ਹੈਗੀਆਂ ਉਹਨਾਂ ਨੇ ਗੱਲਾਂ ਕਰੀਆਂ ਹੈਗੀਆਂ। ਪੰਡੋਰੀ ਵਾਲੇ ਸਰਪੰਚ ਬੜਾਚਾਂ ਦੇ ਜਿਹੜਾ ਹੈਗਾ ਉਸ ਮਰਡਰ ਦੀ ਗੱਲ ਕੀਤੀ ਹੈਗੀ ਆ। ਆ ਜਿਹੜੀ ਹੈਗੀ ਆ ਇਹ ਉਹਦੇ ਵਿੱਚ ਜਿਹੜਾ ਆਪਣਾ ਫੇਸਬੁੱਕ ਤੇ ਆ ਸਾਰੀਆਂ ਜੱਗੂ ਭਗਵਾਨਪੁਰੀਆ ਦੀਆਂ ਜਿਹੜੀਆਂ ਹੈਗੀਆਂ ਉਹ ਅੰਦਰ ਬੈਠੇ ਦੀਆਂ ਜਿਹੜੀਆਂ ਹੈਗੀਆਂ, ਇਹ ਕਿਵੇਂ ਇਹ ਗੱਲਾਂ ਕਰਦੇ ਆ ਨਾ, ਉਹਨੂੰ ਕਲੀਨ ਚਿੱਟ ਦੇਣ ਦੀ ਕੋਸ਼ਿਸ਼ ਕਰ ਰਹੇ ਆ। ਰੰਧਾਵਾ ਸਾਹਿਬ ਨੂੰ ਗੱਲ ਕਰ ਰਹੇ ਆ, ਰੰਧਾਵਾ ਸਾਹਿਬ ਤਾਂ ਆਪਾਂ ਖੋਈ ਬੈਠੇ ਆ, ਉਹ ਤਾਂ ਗੁਰੂ ਨਾਨਕ ਦੇਵ ਜੀ ਬਾਰੇ ਕੁਝ ਬੋਲ ਰਹੇ ਆ, ਹੋਰ ਕਿਤੇ ਕੁਝ ਬੋਲ ਰਹੇ ਆ, ਕਿਤੇ ਕੁਝ ਬੋਲ ਰਹੇ ਹੈਗੇ। ਉਹ ਗੱਲਾਂ ਛੱਡ ਦਈਏ ਆਪਾਂ। ਅਸੀਂ ਤਾਂ ਇਹ ਕਹਿੰਦੇ ਆ ਕਿ ਲਾਅ ਐਂਡ ਆਰਡਰ ਦੀ ਸਥਿਤੀ ਆ ਜਿਹੜੀ ਪੰਜਾਬ ਦੇ ਵਿੱਚ ਅੱਜ ਕੀ ਹੈਗੀ ਆ। ਇਹ ਗੱਲ ਜਿਹੜੀ ਹੈਗੀ ਆ, ਜਦੋਂ ਵੀ ਪੰਜਾਬ ਦੇ ਵਿੱਚ ਕਾਂਗਰਸ ਦੀ ਗਵਰਨਮੈਂਟ ਆਈ ਆ ਉਦੋਂ ਚੁਣ ਕੇ ਸ਼੍ਰੋਮਣੀ ਅਕਾਲੀ ਦਲ ਦੇ ਚਾਹੇ ਉਹ ਨੁਮਾਇੰਦੇ ਹੈਗੇ ਆ, ਚਾਹੇ ਉਹ ਵਰਕਰ ਹੈਗੇ ਆ, ਉਹਨਾਂ ਨੂੰ ਮਾਰਿਆ ਗਿਆ। ਅੱਜ ਵੀ ਇਹੀ ਜਿਹੜਾ ਕੰਮ ਕਰਿਆ ਗਿਆ। ਸਵਾਲ ਇਹ ਹੈਗਾ ਢਿੱਲੋਂ ਸਾਹਿਬ ਇਹ ਦੱਸ ਦਿਓ ਕਿ ਇਹ ਜਿਹੜੇ ਬੰਦਿਆਂ ਦੇ ਮਰਡਰ ਹੋਏ, ਢਿੱਲਵਾਂ ਮਰਡਰ ਜਿਹੜਾ ਹੈਗਾ, ਸਰਪੰਚ ਦਾ ਮਰਡਰ ਹੋਇਆ ਜਾਂ ਆ ਬਾਬਾ ਜੀ ਦਾ ਗੁਰਦੀਪ ਸਿੰਘ ਦਾ ਮਰਡਰ ਹੋਇਆ, ਇਹਦੇ ਵਿੱਚ ਪੁਲਿਸ ਕੀ ਕਰ ਰਹੀ ਹੈ? ਤੁਹਾਡੀ ਸਰਕਾਰ ਕਿੱਥੇ ਹੈਗੀ ਹੈ? ਤੁਹਾਡੇ ਸੀਐਮ ਸਾਹਿਬ ਦਾ ਬਿਆਨ ਕੀ ਹੈਗਾ? ਇਹ ਨਹੀਂ ਹੈਗਾ ਕਿ ਤੁਹਾਨੂੰ ਕੁਐਸਚਨ ਕੋਈ ਪੁੱਛੇ ਤੁਸੀਂ ਜਦ ਡੇਰੇ ਦੀ ਗੱਲ ਸ਼ੁਰੂ ਕਰ ਲੈਂਦੇ ਆ, ਤੁਸੀਂ ਬਰਗਾੜੀ ਦੀ ਗੱਲ ਸ਼ੁਰੂ ਕਰ ਲੈਂਦੇ ਆ, ਤੁਸੀਂ ਕਿਸੇ ਹੋਰ ਗੱਲ ਦੀ ਕਰ। ਵਿਕਰਮਜੀਤ ਸਿੰਘ ਮਜੀਠੀਆ ਦਾ ਜਿਹੜਾ ਦਾ ਹਲਕੇ ਦੇ ਵਿੱਚ ਇਹ ਕੁਝ ਹੋਊਗਾ, ਜੇ ਉਹ ਐਮਐਲਏ ਵੀ ਨਹੀਂ ਆਵਾਜ਼ ਉਠਾਊਗਾ ਤਾਂ ਹੋਰ ਕੌਣ ਆਵਾਜ਼ ਉਠਾਊਗਾ? ਢਿੱਲੋਂ ਸਾਹਿਬ ਇਸ ਕਰਕੇ ਜਿਹੜੀਆਂ ਗੱਲਾਂ ਕਰਦੇ ਆ ਨਾ, ਤੁਸੀਂ ਆ 3 ਸਵਾਲ ਛੱਡ ਕੇ ਚੌਥੀ ਗੱਲ ਕਰਕੇ ਦਿਖਾਓ ਮੈਨੂੰ ਇਹਦੇ। ਠੀਕ ਹੈ ਮੈਂ ਢਿੱਲੋਂ ਸਾਹਿਬ ਤੋਂ ਜਵਾਬ ਲੈਣਾ, ਨਾਲ ਹੀ ਪਹਿਲਾਂ ਚੱਡਾ ਸਾਹਿਬ ਤੋਂ ਵੀ ਸਵਾਲ ਲੈ ਲਈ। ਹਾਂਜੀ, ਜੇ ਮਾਵਾਂ ਦੇ ਪੁੱਤ ਮਰ ਰਹੇ ਨੇ, ਪੰਜਾਬ ਦੇ ਵਿੱਚ ਕਤਲ-ਉਗਾਰਤ ਹੋ ਰਹੀ ਹੈ, ਪਿਛਲੇ ਸਮੇਂ 'ਚ ਵੀ ਹੋਈ ਹੈ, ਹੁਣ ਵੀ ਹੋ ਰਹੀ ਹੈ, ਇਹਨੂੰ ਸਿਰਫ
ਆਰੋਪ ਪ੍ਰਤੀ ਆਰੋਪ ਦੇ ਨਾਲ ਰਾਜਨੀਤੀ ਨਾ ਕਰਨ, ਸਗੋਂ ਕੋਈ ਹੱਲ ਜਿਹੜਾ ਉਹ ਪੇਸ਼ ਕੀਤਾ ਜਾਵੇ ਕਿ ਇਹਨੂੰ ਕਿਵੇਂ ਰੋਕਿਆ ਜਾ ਸਕਦਾ, ਇਹਦਾ ਹੱਲ ਕੀ ਹੋ ਸਕਦਾ। ਇਸ ਗੱਲ ਨੂੰ ਮੰਨ ਕੇ ਪਹਿਲਾਂ ਇਹ ਦੱਸੋ ਨਾ, ਇਹ ਤੁਹਾਨੂੰ ਲੱਗਦਾ ਸਿਆਸੀ ਕਤਲ ਨੇ ਜਿਹੜੇ ਹੋ ਰਹੇ ਨੇ ਚੱਡਾ ਸਾਹਿਬ? ਜੋ ਕੁਝ ਮੀਡੀਆ ਦੇ ਵਿੱਚ ਆਇਆ ਜੀ ਉਹਦੇ ਮੁਤਾਬਕ ਇਹ ਮੀਡੀਆ ਦੇ ਵਿੱਚ ਲਿਖਿਆ ਜਾ ਰਿਹਾ ਕਿ ਮੈਂ ਪਰਸਨਲ ਤੌਰ ਤੇ ਤਾਂ ਇਹਨਾਂ ਕਤਲਾਂ ਬਾਰੇ ਨਹੀਂ ਜਾਣਦਾ ਕਿ ਇਹਨਾਂ ਦੇ ਵਿੱਚ ਕਿੰਨਾ ਜਿਹੜੀ ਸਿਆਸੀ ਸ਼ੈ ਉਹ ਸੀਗੀ। ਜਿਹੜਾ ਸੰਗਰੂਰ ਦੇ ਵਿੱਚ ਮਰਡਰ ਹੋਇਆ ਉਹਦੇ ਵਿੱਚ ਵੀ ਸਿਆਸੀ ਸ਼ੈ ਜਿਹੜੀ ਉਹ ਸਾਹਮਣੇ ਆਈ ਸੀਗੀ। ਪਰ ਇਸ ਤੋਂ ਵੀ ਵੱਡੀ ਗੱਲ ਇਹ ਹੈ ਕਿ ਅਸੀਂ ਪੰਜਾਬ ਦੇ ਇਸ ਮਾਹੌਲ ਨੂੰ ਸੁਧਾਰਨਾ ਕਿਵੇਂ ਹੈ, ਜਿਹੜਾ ਮਾਹੌਲ ਵਿਗੜ ਰਿਹਾ, ਜੇ ਕ੍ਰਾਈਮ ਵੱਲ ਨੌਜਵਾਨ ਜਾ ਰਹੇ ਹੈ ਉਹਨੂੰ ਰੋਕਣਾ ਕਿਵੇਂ ਹੈ। ਜਿਹੜੀਆਂ ਦੋਨੋਂ ਪਾਰਟੀਆਂ ਏ ਉਹ ਹੁਣ ਤੱਕ ਇਹ ਨਹੀਂ ਪੇਸ਼ ਕਰ ਸਕਦੀਆਂ ਕਿ ਜੇਲ੍ਹ ਦੇ ਵਿੱਚ ਜਿਹੜੇ ਨੌਜਵਾਨ ਜਾ ਰਹੇ ਨੇ ਉਹਨਾਂ ਨੂੰ ਸਹੀ ਰਸਤੇ ਤੇ ਲੈ ਕੇ ਆਉਣ ਲਈ ਇਹਨਾਂ ਦਾ ਕੀ ਪ੍ਰੋਗਰਾਮ ਚੱਲ ਰਿਹਾ ਹੈ। ਸਿਰਫ ਇਹ ਕਹਿਣ ਦੇ ਨਾਲ ਕਿ ਅਸੀਂ ਕਰ ਰਹੇ ਹਾਂ ਜੀ, ਜੇਲ੍ਹ ਮੰਤਰੀ ਦਾ ਬਿਆਨ ਆਇਆ ਸੀ ਲਗਭਗ 1 ਸਾਲ ਪਹਿਲਾਂ ਕਿ ਅਸੀਂ ਕਰਾਂਗੇ, ਪਰ ਹੁਣ ਤੱਕ ਹੋਇਆ ਕੁਝ ਨਹੀਂ ਹੈ। ਬਾਹਰਲੇ ਮੁਲਕਾਂ ਦੇ ਵਿੱਚ ਜੋ ਸਾਡੇ ਧਰਮ ਪ੍ਰਚਾਰਕ ਹੈ ਪੰਜਾਬ ਦੇ, ਖਾਸ ਤੌਰ ਤੇ ਸਿੱਖ ਧਰਮ ਦੇ ਪ੍ਰਚਾਰਕ ਹੈ, ਉਹਨਾਂ ਦੀਆਂ ਸੇਵਾਵਾਂ ਵੀ ਲਈਆਂ ਜਾ ਰਹੀਆਂ ਅਪਰਾਧੀਆਂ ਨੂੰ ਸੁਧਾਰਨ ਦੇ ਲਈ, ਉਹਨਾਂ ਨੂੰ ਸਹੀ ਰਸਤੇ ਤੇ ਚਲੋ ਆਪਾਂ ਇਸ ਇੱਕ ਮਿੰਟ ਮੇਰੀ ਗੱਲ ਮੈਂ ਸਿਰਫ FIR ਹੋਣ ਦੇ ਨਾਲ ਕਿ FIR ਹੋ ਗਈ ਉਹਦੇ ਨਾਲ ਪੁਲਿਸ ਦਾ ਜਿਹੜਾ ਕੰਮ ਹੈ ਉਹ ਖਤਮ ਨਹੀਂ ਹੋ ਜਾਂਦਾ। ਅੱਗੇ ਤੋਂ ਇਹੋ ਜਿਹੇ ਕ੍ਰਾਈਮ ਨਾ ਹੋਣ, ਉਹ ਵੀ ਜਿਹੜਾ ਪੁਲਿਸ ਨੇ ਤੇ ਸਟੇਟ ਨੇ ਜਿਹੜਾ ਉਸ ਚੀਜ਼ ਦਾ ਬੰਦੋਬਸਤ ਕਰਨਾ ਹੁੰਦਾ। ਦੋਵੇਂ ਪਾਰਟੀਆਂ ਆਰੋਪ ਪ੍ਰਤੀ ਆਰੋਪ ਲਾਉਣ ਦੀ ਬਜਾਏ ਪੰਜਾਬ ਦੇ ਵਿੱਚ ਇਸ ਮਾਹੌਲ ਨੂੰ ਸੁਧਾਰਨ ਦੀ ਲੋੜ ਹੈ। ਸਭ ਤੋਂ ਪਹਿਲਾਂ ਆਪੋ ਆਪਣੀਆਂ ਪਾਰਟੀਆਂ ਦੇ ਵਿੱਚ ਇਸ ਚੀਜ਼ ਨੂੰ ਯਕੀਨੀ ਬਣਾਇਆ ਜਾਵੇ। ਢਿੱਲੋਂ ਸਾਹਿਬ ਜਵਾਬ ਤਾਂ ਲੈ ਲਈਏ, ਫਿਰ ਉਹ ਚਲੇ ਜਾਣਗੇ। ਮੈਂ ਜਵਾਬ ਲੈ ਲੈਣਾ। ਢਿੱਲੋਂ ਸਾਹਿਬ, ਇੱਕ ਸਵਾਲ ਜਿਹੜਾ ਵਾਰ-ਵਾਰ ਇਹ ਚੱਕਿਆ ਜਾ ਰਿਹਾ ਕਿ ਜੇਲ੍ਹਾਂ ਤੋਂ ਜਿਹੜੀਆਂ ਵੀਡੀਓ ਰਿਲੀਜ਼ ਹੋ ਰਹੀਆਂ ਨੇ, ਧਮਕੀਆਂ ਦਿੱਤੀਆਂ ਜਾ ਰਹੀਆਂ ਨੇ, ਫੇਸਬੁੱਕ ਅਪਲੋਡਸ ਹੁੰਦੇ ਨੇ, ਘੱਟੋ ਘੱਟ ਉਸ ਤੋਂ ਤਾਂ ਇਨਕਾਰ ਨਹੀਂ ਕੀਤਾ ਜਾ ਸਕਦਾ। ਇਸੇ ਕਰਕੇ ਸੁਖਜਿੰਦਰ ਰੰਧਾਵਾ ਜੇਲ੍ਹ ਮੰਤਰੀ ਨੇ ਸਵਾਲ ਉਹਨਾਂ ਤੇ ਚੱਕਿਆ ਜਾਂਦਾ। ਬਿਲਕੁਲ ਠੀਕ ਆ ਗੱਲ, ਲੇਕਿਨ ਇਹਦੇ ਵਿੱਚ ਨਾ ਮੈਂ ਬਾਰ-ਬਾਰ ਕਹਿੰਦਾ ਕ੍ਰਾਈਮ ਡਿਟੈਕਸ਼ਨ ਔਰ ਕ੍ਰਾਈਮ ਪ੍ਰੀਵੈਂਸ਼ਨ ਦੋ ਵੱਖਰੀਆਂ ਚੀਜ਼ਾਂ। ਠੀਕ ਹੈ, ਇਹਦੇ ਵਿੱਚ ਉਸ ਤੋਂ ਬਾਅਦ ਅਗਲੀ ਗੱਲ ਜੇ ਆਪਾਂ ਗੱਲ ਕਰਾਂਗੇ ਕ੍ਰਾਈਮ ਨੂੰ ਆਪਾਂ ਕਹਿ ਦਈਏ ਵੀ ਕ੍ਰਾਈਮ ਇੱਕਦਮ ਸਟੇਟ ਵਿੱਚੋਂ ਬਿਲਕੁਲ 0% ਹੋ ਜਾਂਦਾ ਵਾ, ਇਹ ਐਵੇਂ ਇੱਕ ਮਤਲਬ ਡਿਬੇਟੇਬਲ ਗੱਲ ਨਹੀਂ, ਇਹ ਮਤਲਬ ਇੱਕ ਫੈਕਚੁਅਲ ਗੱਲ ਵੀ ਨਹੀਂ, ਕਿਤੇ ਕਿਸੇ ਪੱਖੋਂ ਇਹ ਗੱਲ ਪੂਰੀ ਵੀ ਨਹੀਂ ਹੋ ਸਕਦੀ। ਅਗਰ ਕੋਈ ਪ੍ਰੋਬਲਮ ਆਉਂਦੀ ਆ, ਮੇਰਾ ਸਿਰਫ ਇਹ ਗੱਲ ਆ ਜਿਹੜੀ ਜਦੋਂ ਜਿਵੇਂ ਇਹਨਾਂ ਦੇ ਅੰਮ੍ਰਿਤਸਰ ਦੇ ਵਿੱਚ ਉਦੋਂ ASI ਮਾਰਿਆ ਗਿਆ ਸੀਗਾ, ਮੰਡ ਦੀ ਇੱਕ ਵਾਰ ਲੱਤ ਟੁੱਟੀ ਗਈ, ਲੱਤ ਤੋੜ ਦਿੱਤੀ ਸੀਗੀ, ਠੀਕ ਆ, ਉਦੋਂ ਤਾਂ ਪੁਲਿਸ ਵਾਲੇ ਆਪਣਾ ਅਧਿਕਾਰੀਆਂ ਦੇ ਉੱਤੇ ਇਹਨਾਂ ਨੇ ਅਟੈਕ ਕਰਨੇ ਸ਼ੁਰੂ ਕਰਤੇ ਸੀ ਅਕਾਲੀ ਦਲ ਦੇ ਲੀਡਰਾਂ ਨੇ। ਅੱਜ ਇਹ ਜਿਹੜੀਆਂ ਵਾ ਪਰਸਨਲ ਰੰਜਿਸ਼ਾਂ ਪਿੰਡਾਂ ਦੇ ਵਿੱਚ ਹੈਗੀਆਂ ਵਾ, ਉਹਨੂੰ ਸਿਆਸੀਕਰਨ ਦੇ ਕੇ ਉਹਨਾਂ ਦੇ ਉੱਤੇ ਸਿਆਸੀ ਲਾਭ ਲੈਣ ਦਾ ਔਰ ਉਹਨੂੰ ਸਟੇਟ ਦੇ ਲਾਅ ਐਂਡ ਆਰਡਰ ਨਾਲ ਜੋੜਨ ਦਾ, ਇਹ ਬਿਲਕੁਲ ਗਲਤ ਗੱਲ ਆ। ਔਰ ਇਹ ਜਿਹੜੀ ਗੱਲ ਆ, ਇਹ ਆਪਣੇ ਮੁੱਦਿਆਂ ਤੋਂ ਡਾਇਵਰਟ ਕਰਨਾ ਚਾਹੁੰਦੇ ਆ ਅਟੈਂਸ਼ਨ। ਔਰ ਮੈਂ ਖਾਸ ਕਰਕੇ ਕਹੂੰਗਾ ਅਕਾਲੀ ਦਲ ਨੂੰ ਜੇ ਬਾਰ-ਬਾਰ ਕਹਿੰਦੇ ਨਾ, ਇਸ ਕਰਕੇ ਬੋਲੀਦਾ ਇਹਨਾਂ ਦੇ ਕੋਲ ਜਿਹੜੀ ਮੋਰਲ ਅਥਾਰਟੀ ਕਿਹੜੀ ਆ ਵੀ ਇਹਨਾਂ ਨੇ ਆਪਣੇ 10 ਸਾਲ ਦੇ ਰਾਜ ਦੇ ਵਿੱਚ ਇਹਨਾਂ ਨੂੰ ਬਾਰ-ਬਾਰ 10 ਸਾਲ ਦਾ ਰਾਜ ਯਾਦ ਕਰਾਉਣ ਤੇ ਇਹਨਾਂ ਨੂੰ ਤਕਲੀਫ ਬੜੀ ਹੁੰਦੀ ਆ। ਪੰਜਾਬ ਦੇ ਵਿੱਚ ਅੱਜ ਗੈਂਗਸਟਰ ਉਸ ਤਰੀਕੇ ਨਾਲ ਸ਼ਰੇਆਮ ਘੁੰਮ ਨਹੀਂ ਰਹੇ, ਹੁਣ ਉਸ ਚੀਜ਼ ਨੂੰ ਸਿਰਫ ਸੈਂਸੇਸ਼ਨਲਾਈਜ਼ ਕਰਨ ਨੂੰ ਔਰ ਉਹਨੂੰ ਕਿਸੇ ਤਰੀਕੇ ਨਾਲ ਆਪਣੇ ਰਾਜ ਨਾਲ ਬਰਾਬਰ ਕਰਨ ਨੂੰ ਇਹ ਸਭ ਡਰਾਮਾਬਾਜ਼ੀ ਕਰਦੇ ਨੇ। ਔਰ ਦੂਜੀ ਨਾ ਇਸ ਗੱਲ ਨੂੰ, ਇਹ ਗੈਂਗਸਟਰ ਕਿੱਥੋਂ ਆਏ, ਕਿਹਨਾਂ ਨੇ ਜਨਮ ਦਿੱਤਾ, ਕਿਹਨਾਂ ਦੀ ਪੈਟਰਨੇਜ ਸੀ? ਕਦੀ 2007 ਤੋਂ ਪਹਿਲਾਂ ਗੈਂਗਸਟਰ ਸੁਣੇ ਸੀ ਪੰਜਾਬ? ਚਲੋ ਢਿੱਲੋਂ ਸਾਹਿਬ, ਇਹ ਤਾਂ ਹੁਣ ਤੁਹਾਡੀ ਸਰਕਾਰ ਦੀ ਜ਼ਿੰਮੇਵਾਰੀ ਹੈ ਨਾ। ਇੱਕ ਮਿੰਟ ਪਹਿਲਾਂ ਮੈਨੂੰ ਸਵਾਲ ਪੁੱਛਣ ਦਿਓ ਗੁਰਪ੍ਰੀਤ। ਢਿੱਲੋਂ ਸਾਹਿਬ ਤੁਸੀਂ ਇਸ ਗੱਲ ਤੋਂ ਤਾਂ ਇਨਕਾਰ ਨਹੀਂ ਕਰ ਰਹੇ ਨਾ ਕਿ ਜੇਲ੍ਹ ਤੋਂ ਗੈਂਗਸਟਰ ਫੇਸਬੁੱਕ ਚਲਾ ਰਹੇ ਨੇ ਜੇਲ੍ਹ ਤੋਂ? ਇੱਕ ਮਿੰਟ ਢਿੱਲੋਂ ਸਾਹਿਬ, ਜਵਾਬ ਤਾਂ ਦਿਓ। ਵਰਿੰਦਰ ਢਿੱਲੋਂ ਸਾਹਿਬ, ਡਾਇਵਰਟ ਕਰਨ ਦੀ ਕੋਸ਼ਿਸ਼ ਹੈ ਇਹਨਾਂ ਦੀ। ਵਰਿੰਦਰ ਢਿੱਲੋਂ ਸਾਹਿਬ, ਤੁਸੀਂ ਇਸ ਗੱਲ ਤੋਂ ਇਨਕਾਰ ਤਾਂ ਨਹੀਂ ਕਰ ਸਕਦੇ ਨਾ ਕਿ ਜੇਲ੍ਹਾਂ ਤੋਂ ਜੋ ਕੁਝ ਹੋ ਰਿਹਾ ਉਹ ਤਾਂ ਜਨਤਕ ਹੋ ਰਿਹਾ। ਜੇਕਰ ਉਹ ਕੁਝ ਹੋ ਰਿਹਾ ਹੈ ਤਾਂ ਸਵਾਲ ਤਾਂ ਤੁਹਾਡੀ ਸਰਕਾਰ ਤੇ ਚੁੱਕਿਆ ਜਾਏਗਾ ਨਾ ਵੀ ਗੈਂਗਸਟਰ ਕਿਵੇਂ ਜੇਲ੍ਹਾਂ 'ਚੋਂ ਬੈਠ ਕੇ ਇਹ ਸਾਰਾ ਨੈਕਸਸ ਚਲਾ ਰਹੇ ਨੇ। ਜੇਲ੍ਹਾਂ ਦੇ ਵਿੱਚ ਆਪਣਾ ਅਗਰ ਕੁਝ ਹੋ ਰਿਹਾ ਉਹਦੇ ਵਾਸਤੇ ਸਰਕਾਰ ਆਪਣਾ ਹੀ ਕਹਿੰਦੇ ਸੈਂਟਰ ਨੂੰ ਵੀ ਲਿਖ ਚੁੱਕੀ ਆ, ਫੰਡਸ ਦੀ ਮੰਗ ਵੀ ਕਰ ਚੁੱਕੀ ਆ ਔਰ ਛੇਤੀ ਜਿਹੜਾ ਇਹ ਪ੍ਰੋਬਲਮ ਆ ਉਹਦਾ ਸੁਧਾਰ ਅਸੀਂ ਕਰਕੇ ਵੀ ਦਵਾਂਗੇ। ਹਾਂ, ਇਹ ਇੱਕਦਮ ਤੁਸੀਂ ਕੋਈ ਇਮੀਡੀਏਟਲੀ ਚੇਂਜਸ ਆ ਜਾਣ ਉਹ ਪੋਸੀਬਲ ਨਹੀਂ ਹੈਗੇ। ਇਮੀਡੀਏਟਲੀ ਤਾਂ ਨਹੀਂ ਢਿੱਲੋਂ ਸਾਹਿਬ, ਹੁਣ ਤਾਂ 3 ਸਾਲ ਹੋ ਗਏ। ਇਮੀਡੀਏਟਲੀ ਤਾਂ ਕਹੋ ਨਾ, ਜੇ ਸਰਕਾਰ ਬਣਦੇ ਸਾਰ ਕਿਹਾ ਹੋਵੇ 3 ਸਾਲ ਹੋ ਗਏ ਹੁਣ ਤਾਂ। ਸਰਕਾਰ ਨੇ ਸ਼ੁਰੂਆਤ ਕੀ ਕੀਤੀ ਹੈ, ਜੇਲ੍ਹਾਂ ਦੇ ਵਿੱਚ ਕਿਹੜਾ ਪ੍ਰੋਗਰਾਮ ਸ਼ੁਰੂ ਕੀਤਾ ਹੈ? ਕੋਈ ਗੱਲ ਨਹੀਂ, ਸਭ ਕੁਝ ਠੀਕ ਕਰ ਦਾਂਗੇ, ਠੰਡੇ ਰਹੋ, ਆਰਾਮ ਨਾਲ, ਕੋਈ ਨਹੀਂ ਟੈਨਸ਼ਨ ਹਾਂਜੀ ਤਾਰਨ ਸਾਹਿਬ ਜਲਦੀ ਦੱਸੋ। ਠੰਡੇ ਰਹਿਣ ਦਾ ਵੀ ਮਾਹੌਲ ਨਹੀਂ ਹੈ ਪੰਜਾਬ ਦੇ ਵਿੱਚ। ਚਲੋ ਗੁਰਪ੍ਰੀਤ ਢਿੱਲੋਂ, ਗੁਰਪ੍ਰੀਤ ਢਿੱਲੋਂ ਕੀ ਕੀਤੀ ਹੈ ਜੇਲ੍ਹਾਂ ਦੇ ਵਿੱਚ? ਹਾਂਜੀ ਸਰਕਾਰ ਦੇ ਬੁਲਾਰੇ ਇੱਕ ਮਿੰਟ ਗੁਰਪ੍ਰੀਤ ਢਿੱਲੋਂ ਜੀ। ਹਾਂਜੀ, ਵਰਿੰਦਰ ਢਿੱਲੋਂ ਜੀ ਨੇ ਬੜਾ ਵਿਸਤਾਰ ਨਾਲ ਗੱਲਾਂ ਕੀਤੀਆਂ ਨੇ, ਪਰ ਢਿੱਲੋਂ ਸਾਹਿਬ ਤੁਹਾਨੂੰ ਵੀ ਪਤਾ ਹੈ, ਤੁਸੀਂ ਦਿਲ ਤੇ ਹੱਥ ਰੱਖ ਕੇ ਕਹਿ ਸਕਦੇ ਹੋ ਕਿ ਆਪਣੇ ਜਿਹੜੇ ਗੈਂਗਸਟਰ ਜੇਲ੍ਹਾਂ ਦੇ ਵਿੱਚ ਬੈਠੇ ਨੇ ਤੇ ਉਹ ਨੈਕਸਸ ਸਾਰਾ ਨਹੀਂ ਚਲਾਉਂਦੇ ਪਏ। ਇਹ ਇੱਕ ਐਵੇਂ ਆਈ ਵਾਸ਼ ਕਰਨ ਦੀ ਗੱਲ ਕਰਦੇ ਹੋ ਤੁਸੀਂ, ਬਾਕੀਆਂ ਦੇ ਉੱਤੇ ਇਲਜ਼ਾਮ ਲਾ ਕੇ ਜੀ ਅਕਾਲੀ ਦਲ ਦੇ ਵੇਲੇ ਕੀ ਸੀ, ਫਲਾਣੇ ਵੇਲੇ ਕੀ ਸੀਗਾ। ਗੱਲ ਇਹ ਆ ਵੀ ਅੱਜ ਤੁਹਾਡੇ ਵੀ 3 ਸਾਲ ਹੋ ਗਏ ਨੇ। ਅਕਾਲੀ ਦਲ ਨੂੰ ਕਾਹਨੂੰ ਅਸੀਂ ਕਾਹਨੂੰ ਨਾ ਦੱਸੀਏ ਅਕਾਲੀ ਦਲ ਦੇ ਟਾਈਮ ਤੇ ਕੀ ਸੀ? ਚਲ ਚੰਗੀ ਗੱਲ ਹੈ ਕਿ ਦੱਸੋ, ਪਰ ਮੈਂ ਤੇ ਮੇਰੀ ਜਿਹੜੀ ਅਰਜ਼ ਹੈ ਵਰਿੰਦਰ ਜੀ,
ਕਾਂਗਰਸ ਦੇ ਟਾਈਮ ਤੇ ਇਹ ਆ। ਜੀ ਵਰਿੰਦਰ ਜੀ ਮੇਰੀ ਅਰਜ਼ ਜਿਹੜੀ ਹੈ ਉਹ ਤਾਂ ਸੁਣ ਲਓ ਤੁਸੀਂ। ਚੱਲ ਠੀਕ ਹੈ, ਕਹਿ ਲਿਆ, ਗਣਾ ਲੀਆਂ ਗੱਲਾਂ। ਮੈਂ ਤਾਂ ਇਹ ਕਹਿਣਾ ਵੀ ਅੱਜ ਤੁਹਾਨੂੰ ਵੀ 3 ਸਾਲ ਹੋ ਗਏ ਨੇ ਆਇਆ ਨੂੰ, 3 ਸਾਲ ਸਰਕਾਰ ਬਣੀ ਨੂੰ ਹੋ ਗਏ ਆ। ਉਸ ਤੋਂ ਬਾਅਦ ਆਪਾਂ ਕੀ ਕੀਤਾ, ਜਿਹੜਾ ਉਹਦਾ ਰਿਪੋਰਟ ਕਾਰਡ ਵੀ ਤੇ ਖੋਲ ਲਓ ਤੇ ਦੂਜਿਆਂ ਦੇ ਇਲਜ਼ਾਮ ਹੀ ਲਾਉਣੇ ਨੇ ਇਕੱਲੇ। ਦੱਸ ਰਿਹਾ ਨਾ ਤੁਹਾਨੂੰ, ਗੈਂਗਸਟਰ ਤੁਸੀਂ ਕਿਹਾ ਵੀ ਕੇਂਦਰ ਤੋਂ ਅਸੀਂ ਮੰਗ ਕੀਤੀ, ਕੇਂਦਰ ਨੇ ਤੁਹਾਨੂੰ CRPF ਦਿੱਤੀ ਕਿ ਨਹੀਂ ਦਿੱਤੀ? ਇੱਕ ਹੈ ਅੱਜ ਪੰਜਾਬ ਦੇ ਵਿੱਚ ਜਿਹੜਾ ਡਰੱਗਸ ਖਤਮ ਹੋਇਆ ਉਹ ਕੈਪਟਨ ਅਮਰਿੰਦਰ ਸਿੰਘ ਨੇ ਹੀ ਕੀਤਾ। ਕਿੱਥੇ ਖਤਮ ਹੋਇਆ? ਮੈਨੂੰ ਉਹ ਜਗ੍ਹਾ ਤੇ ਦੱਸੋ ਵੀਰ ਮੇਰੇ, ਉਹ ਕਿਹੜੀ ਜਗ੍ਹਾ ਤੇ ਖਤਮ ਹੋਇਆ ਡਰੱਗ? ਅੱਜ ਗਲੀ ਗਲੀ ਹੱਟੀ ਖੁੱਲੀ ਪਈ ਆ, ਤੁਸੀਂ ਕਹਿੰਦੇ ਹੋ ਡਰੱਗ ਖਤਮ ਹੋ ਗਿਆ। ਪੰਜਾਬ ਦੇ ਵਿੱਚ ਕੁਝ ਹੋਰ ਪ੍ਰੋਬਲਮ ਆਈ? ਇਹ ਕਿਹੜਾ ਲਾਅ ਐਂਡ ਆਰਡਰ ਸੀ? ਗਲੀ ਗਲੀ ਦੇ ਵਿੱਚ ਡਰੱਗਸ ਦੀਆਂ ਹੱਟੀਆਂ ਖੁੱਲੀਆਂ ਨੇ ਵਰਿੰਦਰ ਸਿੰਘ। ਪੋਲੀਟੀਕਲ ਲੋਕ ਤਾਂ ਕਹਿੰਦੇ ਡਰੱਗਸ ਖਤਮ ਹੋ ਗਿਆ। ਮੈਂ ਦੂਜੀ ਗੱਲ, ਤੁਸੀਂ ਜੇਲ੍ਹ ਦੇ ਬਾਰੇ ਤੁਸੀਂ ਬਿਆਨ ਕੋਈ ਨਹੀਂ ਦੇ। ਤੁਸੀਂ CRPF ਦੀ ਮੰਗ ਕੀਤੀ, CRPF ਤੁਹਾਨੂੰ ਮਿਲ ਗਈਆਂ, ਬਟਾਲੀਅਨ ਮਿਲ ਗਈਆਂ। ਉਸ ਤੋਂ ਬਾਅਦ ਕੀ ਕੀਤਾ ਉਹਦੇ ਬਾਰੇ ਕੋਈ ਜਾਣਨਾ ਪਾਓ। ਦੇ ਵਿੱਚੋਂ ਵੀਡੀਓ ਅਪਲੋਡ ਹੁੰਦੀਆਂ, ਯੂਪੀ ਜੇਲ੍ਹ ਤੋਂ ਵੀਡੀਓ ਅਪਲੋਡ ਹੁੰਦੀਆਂ। ਨਹੀਂ ਤੁਸੀਂ ਚਲੋ ਆਪਾਂ ਇਹ ਹਵਾਲਾ ਦੇ ਕੇ ਆਪਣੇ ਆਪ ਨੂੰ ਨਹੀਂ ਬਚਾ ਸਕਦੇ। ਇੱਕ ਮਿੰਟ ਬਰਿੰਦਰ ਢਿੱਲੋਂ ਜੀ, ਇੱਕ ਮਿੰਟ। ਪੋਲੀਟੀਕਲ ਪਾਰਟੀਆਂ ਤਾਂ ਆਪਣੀ ਗੱਲ ਕਰਦੇ ਰਹਿੰਦੇ ਨੇ। ਮੈਂ ਸੁਖਬੀਰ ਬਾਜਵਾ ਸੀਨੀਅਰ ਜਰਨਲਿਸਟ ਨੇ, ਉਹਨਾਂ ਤੋਂ ਪੁੱਛ ਲੈਣਾ। ਸੁਖਬੀਰ ਬਾਜਵਾ ਸਾਹਿਬ, ਜਿਹੜੀ ਗੱਲ ਬਰਿੰਦਰ ਢਿੱਲੋਂ ਸਾਹਿਬ ਕਹਿ ਰਹੇ ਨੇ ਕਿ ਜਿੰਨੀ ਠੱਲ ਪਈ ਹੈ ਸਾਡੀ ਸਰਕਾਰ ਵੇਲੇ, ਉਹ ਪਹਿਲਾਂ ਕਦੇ ਪਈ ਨਹੀਂ, ਭਾਵੇਂ ਨਸ਼ਿਆਂ ਦੀ ਹੋਵੇ ਭਾਵੇਂ ਗੈਂਗਸਟਰ ਦੀ ਹੋਵੇ। ਇਹ ਗੱਲ 'ਚ ਤਰਕ ਲੱਗਦਾ ਤੁਹਾਨੂੰ? ਬੜੀ ਅਫਸੋਸ ਦੀ ਗੱਲ ਇਹ ਹੈ ਕਿ ਸਰਕਾਰ ਕਿਸੇ ਦੀ ਹੋਵੇ, ਜਦੋਂ ਸੱਤਾ ਦੇ ਵਿੱਚ ਲੋਕਾਂ ਦੇ ਜਦੋਂ ਆਪਣੇ ਲੀਡਰਾਂ ਤੇ ਜਾਂ ਸਰਕਾਰ ਤੇ ਐਲੀਗੇਸ਼ਨ ਲੱਗਦੇ ਨੇ, ਉਹਦੇ 'ਚ ਸੁਧਾਰ ਕਰਨ ਦੇ ਬਜਾਏ ਦੂਜੇ ਚੱਕਰ ਸੁੱਟਣ ਲੱਗ ਜਾਂਦੇ ਨੇ। ਦੇਖੋ, ਮੈਂ ਅਜੇ ਵੀ ਕਹਿ ਰਿਹਾ ਕਿ ਵੀ ਮੈਂ ਸਰਕਾਰਾਂ ਜਦੋਂ ਹੁੰਦੀਆਂ ਨੇ ਕੋਈ ਨਾ ਕੋਈ ਇਹਦੇ 'ਚ ਗਲਤੀਆਂ ਹੁੰਦੀਆਂ ਨੇ ਜਾਂ ਕਮੀ ਰਹਿ ਜਾਂਦੀ ਹੈ, ਲੇਕਿਨ ਆਪਾਂ ਸੁਧਾਰ ਕਰਨਾ ਵੀ ਕੱਲ ਤੋਂ ਨਾ ਵਾਪਰੇ, ਅੱਜ ਨਾ ਵਾਪਰੇ, ਇਹ ਆਪਣਾ ਫਰਜ਼ ਬਣਦਾ ਹੈਗਾ। ਘੱਟੋ ਘੱਟ ਆਪਾਂ ਕੋਈ ਠੋਸ ਨੀਤੀ ਬਣਾਈਏ। CRPF ਆਈ ਹੈ ਤੇ ਕੁਝ ਹੋਰ ਕਰੀਏ ਆ ਕੇ। ਹੁਣ ਪਾਲਿਸੀਆਂ ਬਣ ਰਹੀਆਂ ਨੇ, ਨਵੀਂ ਪਾਲਿਸੀ ਬਣ ਰਹੀ ਹੈ ਕਿ ਘੱਟੋ ਘੱਟ ਇਹਨਾਂ ਦੇ ਖਿਲਾਫ ਜਿਹੜਾ ਕਿਤੇ ਨਾ ਕਿਤੇ ਇਹ ਕੀਤਾ ਜਾਵੇ। ਮੇਰੇ ਖਿਆਲ ਸਰਕਾਰ ਨੂੰ ਵੀ 10 ਵਾਰੀ ਕਹਿ ਦਿੱਤਾ ਸੀ ਸੁਧਾਰ ਕਰ ਲੈ। ਮੇਰੇ ਖਿਆਲ 'ਚ ਮੈਂ ਨਹੀਂ ਕਹਿੰਦਾ ਵੀ ਅਕਾਲੀ ਵਿੱਚ ਉਸ ਸਰਕਾਰ 'ਚ ਵੀ ਹੋਇਆ ਸੀ, ਹੁਣ ਵੀ ਹੋ ਰਿਹਾ ਹੈ, ਲੇਕਿਨ ਮੌਜੂਦਾ ਸਰਕਾਰ ਤਾਂ ਰਿਸਪੌਂਸਿਬਿਲਟੀ ਉਹਦੇ 'ਚ ਬਣਦੀ ਰਿਸਪੌਂਸਿਬਲ ਹੈਗੀ ਹੈ। ਉਹ ਆਪਣੀ ਜ਼ਿੰਮੇਵਾਰੀ ਨਹੀਂ ਪਾ ਸਕਦੀ। ਇਸ ਕਰਕੇ ਮੇਰੇ ਖਿਆਲ ਨਾਲ ਹੋਰ ਠੋਸ ਕਦਮ ਚੱਕਣ ਦੀ ਲੋੜ ਆ ਤਾਂ ਕਿ ਲੋਕਾਂ ਦੇ ਕਲਚਰ ਗਲਤ ਨਾ ਹੋਵੇ। ਇਸ ਗੰਭੀਰ ਮਸਲੇ ਦੇ ਉੱਪਰ ਹੈਰਾਨੀ ਦੀ ਗੱਲ ਹੈ ਕਿ ਜਿਹੜੀਆਂ ਬਾਕੀ ਸਿਆਸੀ ਧਿਰਾਂ ਨੇ ਉਹ ਕਿਸੇ ਸੁਧਾਰ ਵੱਲ ਨੂੰ ਜਾਣ ਦੀ ਬਜਾਏ ਨਾ ਤਾਂ ਕਾਂਗਰਸ ਪਾਰਟੀ ਦੇ ਬੁਲਾਰੇ ਦੱਸ ਰਹੇ ਨੇ ਕਿ ਨੌਜਵਾਨਾਂ ਦੇ ਜੇਲ੍ਹਾਂ ਸੁਧਾਰ ਲਈ ਉਹ ਕੀ ਕਰ ਰਹੇ ਨੇ ਤਾਂ ਕਿ ਕ੍ਰਾਈਮ ਜਿਹੜਾ ਉਹ ਨਾ ਵਧੇ ਅੱਗੇ ਤੋਂ, ਤੇ ਨਾ ਜਿਹੜੀ ਪਿਛਲੀ ਸਰਕਾਰ ਦੇ ਨੁਮਾਇੰਦੇ ਆ ਉਹ ਦੱਸਦੇ ਨੇ ਕਿ ਉਹਨਾਂ ਨੇ ਕੀ ਕੀਤਾ। ਸਗੋਂ ਮੈਂ ਹੈਰਾਨ ਹੈ ਵੀ ਜਿਹੜੇ ਕਾਂਗਰਸ ਪਾਰਟੀ ਦੇ ਬੁਲਾਰੇ ਆ ਉਹ ਜੇਲ੍ਹਾਂ ਦੇ ਵਿੱਚੋਂ ਜੋ ਇੰਟਰਨੈਟ ਦੇ ਰਾਹੀਂ ਚੱਲ ਰਿਹਾ ਕਨੈਕਸ਼ਨ ਬਾਹਰ, ਉਹਦੇ ਰਿਗਾਰਡਿੰਗ ਉਹ ਕਹਿ ਰਹੇ ਨੇ ਕਿ ਯੂਪੀ ਦੀਆਂ ਜੇਲ੍ਹਾਂ ਤੋਂ ਵੀ ਹੁੰਦਾ ਹੈ। ਸੋ ਮੈਂ ਸਮਝਦਾ ਵੀ ਤੁਸੀਂ ਯੂਪੀ ਦੀ ਐਗਜ਼ਾਮਪਲ ਦੇ ਕੇ ਹੁਣ ਪੰਜਾਬ ਨੂੰ ਯੂਪੀ ਵੱਲ ਨਾ ਬਣਾਉਣ ਦੀ ਕੋਸ਼ਿਸ਼ ਕਰੋ, ਯੂਪੀ ਵਰਗਾ ਬਣਾਉਣ ਦੀ ਕੋਸ਼ਿਸ਼ ਨਾ ਕਰੋ। ਬਾਕੀ ਸਿਰਫ ਇਹ ਕਤਲੋ-ਗਾਰਤ ਤੱਕ ਹੀ ਸੀਮਿਤ, ਕਤਲੋ-ਗਾਰਤ ਤੱਕ ਜੋ ਕ੍ਰਾਈਮ ਹੈ ਇਸ ਕਰਕੇ ਪਹੁੰਚਦਾ। ਬਾਹਰਲਿਆਂ ਰਾਜਾਂ ਤੋਂ ਪੰਜਾਬ ਦੇ ਵਿੱਚ ਆ ਕੇ ਗੁੰਡਾ ਟੈਕਸ ਦੇ ਨਾਕੇ ਸੜਕਾਂ ਦੇ ਉੱਪਰ ਲੱਗੇ ਹੋਏ ਨੇ। ਰੋਪੜ ਜ਼ਿਲ੍ਹੇ ਤੋਂ ਵਰਿੰਦਰ ਢਿੱਲੋਂ ਜੀ ਜਿਹੜੇ ਕਾਂਗਰਸ ਪਾਰਟੀ ਦੇ ਬੁਲਾਰੇ ਨੇ, ਰੋਪੜ ਜ਼ਿਲ੍ਹੇ ਤੋਂ ਇਹਨਾਂ ਨੇ ਇਲੈਕਸ਼ਨ ਲੜਿਆ, ਉੱਥੇ ਸ਼ਰੇਆਮ ਸੜਕਾਂ ਦੇ ਉੱਪਰ ਗੁੰਡਾ ਟੈਕਸ ਦੇ ਨਾਕੇ ਲੱਗੇ ਹੋਏ ਨੇ। ਕੀ ਉਹ ਕ੍ਰਾਈਮ ਨਹੀਂ ਹੈ? ਉਸ ਤੇ ਕਿਉਂ ਨਹੀਂ ਕਾਬੂ ਹੁੰਦਾ? ਇਹਨਾਂ ਨੇ ਆਪ ਇੱਕ ਕਮੇਟੀ ਬਣਾਈ ਸੀ ਵਰਿੰਦਰ ਢਿੱਲੋਂ ਜੀ ਨੇ ਕਿ ਮੈਂ ਕਾਂਗਰਸ ਇੱਕ ਬਤੌਰ ਜ਼ਿਲ੍ਹਾ ਪ੍ਰਧਾਨ ਕਹਿੰਦੇ ਮੈਂ ਕਮੇਟੀ ਬਣਾਉਣਾ, ਮੈਂ CM ਨਾਲ ਗੱਲ ਕਰੂੰਗਾ ਇਸ ਇਸ਼ੂ ਤੇ। ਉਸ ਕਮੇਟੀ ਦੀ ਨਾ ਕਦੇ ਰਿਪੋਰਟ ਆਈ ਨਾ ਕਦੀ ਗੱਲ ਹੋਈ। ਰੋਪੜ ਜ਼ਿਲ੍ਹੇ ਦੇ ਵਿੱਚ ਮਾਈਨਿੰਗ ਦੇ ਟਿੱਪਰਾਂ ਦੇ ਨਾਲ ਇੱਕ ਜਿਹੜੀ ਲਾਸ਼ ਹੈ ਉਹ ਸੜਕ ਦੇ ਉੱਪਰ, ਉਹਦਾ ਇਹ ਹਾਲ ਹੋਇਆ ਕਿ ਉਹ ਪੁਲਿਸ ਨੂੰ ਕਹੀ ਦੇ ਨਾਲ ਜਿਹੜੀ ਲਾਸ਼ ਹੈ ਉਹ ਖੁਰਚਣੀ ਪਈ। ਇਹ ਗੱਲਾਂ ਸੁਣੀਆਂ ਸੀਗੀਆਂ ਪਰ ਅੱਜ ਅਸਲੀਅਤ ਦੇ ਵਿੱਚ ਉਹ ਵੀਡੀਓ ਵਾਇਰਲ ਹੋਈ ਹੈ, ਕਹੀ ਦੇ ਨਾਲ ਜਿਹੜੀ ਲਾਸ਼ ਹੈ ਉਹ ਖੁਰਚਣੀ ਪਈ। ਕੀ ਇਹ ਕ੍ਰਾਈਮ ਨਹੀਂ ਹੈ? ਪਰ ਉਸ ਦੇ ਬਾਵਜੂਦ ਨਾ ਤਾਂ ਪੁਲਿਸ ਨੇ ਕੋਈ ਬਣਦੀ ਕਾਰਵਾਈ ਕੀਤੀ ਹੈ, ਸਿਰਫ FIR ਕਰ ਦੇਣਾ ਕਾਰਵਾਈ ਨਹੀਂ ਹੁੰਦੀ, ਤੇ ਨਾ ਉੱਥੋਂ ਮਾਈਨਿੰਗ ਬੰਦ ਹੋਈ ਹੈ, ਨਾ ਗੁੰਡਾ ਟੈਕਸ ਦੇ ਨਾਕੇ ਜੋ ਕ੍ਰਾਈਮ। ਤੇ ਜਿਹੜਾ ਹੋਮ ਡਿਪਾਰਟਮੈਂਟ ਹੈ ਉਹ CM ਸਾਹਿਬ ਦੇ ਕੋਲ ਹੈ। CM ਸਾਹਿਬ ਜਿਹੜੇ ਆ ਉਹ ਤਾਂ ਵਿਧਾਇਕਾਂ ਨੂੰ ਨਹੀਂ ਮਿਲ ਰਹੇ। ਕਿੰਨੀਆਂ ਕਿ ਉਹਨਾਂ ਨੇ ਮੀਟਿੰਗਾਂ ਲਈਆਂ SSP ਦੀਆਂ, ਉਹਨਾਂ ਨੇ ਕਿੰਨੀਆਂ ਕਿ ਚਲੋ ਜਵਾਬ ਲੈ ਲੈਣਾ। ਹਾਂਜੀ ਬਰਿੰਦਰ ਢਿੱਲੋਂ ਸਾਹਿਬ, ਇਸ ਗੱਲ ਦਾ ਜਵਾਬ ਹੈ ਜੀ? ਸਾਡੇ MLA ਤੋਂ ਪੁੱਛ ਕੇ ਵੇਖੋ, ਐਵੇਂ ਇੱਕ ਹੀ ਦੁੱਖੀ ਗੱਲ। MLA ਤੁਹਾਡੇ ਨਹੀਂ ਹੈ, ਪਹਿਲੀ ਗੱਲ MLA ਲੋਕਾਂ ਦੇ ਹੈ, ਕਿਸੇ ਇੱਕ ਦੇ MLA ਨਹੀਂ ਹੁੰਦੇ, MLA ਲੋਕਾਂ ਦੇ ਹੈ। ਤੁਹਾਡੇ ਪਾਰਟੀ ਦੇ MLA ਸਾਰੇ ਛੱਡ ਜਾ ਰਹੇ ਆ, ਤੁਹਾਡੇ ਪਾਰਟੀ ਦਾ MLA ਨਹੀਂ ਲੱਭ ਰਿਹਾ ਜਿਹੜੇ 18 19। ਅਸੀਂ ਆਪਣਿਆਂ ਨੂੰ ਲੱਭ ਲਾਂਗੇ। ਤੁਸੀਂ ਜਿਹੜੀਆਂ ਮੈਂ ਗੱਲ ਜਿਹੜੇ ਮੈਂ ਸਵਾਲ ਖੜੇ ਕੀਤੇ ਉਹਦਾ ਜਵਾਬ ਦੇ ਦਿਓ। ਜਵਾਬ ਤਾਂ ਲੈ ਲਈਏ, ਜਵਾਬ ਲੈ ਲਈਏ। ਪਾਰਟੀ ਦਾ ਨਹੀਂ ਹੈ, ਕਰਦਾ ਨਾ ਕਰੋ। ਤੁਸੀਂ ਦੂਜੀ ਪਾਰਟੀ ਦੀ ਉਂਗਲਾਂ ਚੱਕਣ ਤੋਂ ਪਹਿਲਾਂ ਤੁਹਾਡੇ ਨਾਲ ਦੇ MLA ਨਹੀਂ ਲੱਭ ਰਹੇ। ਤੁਸੀਂ ਵੀ ਮੇਰੇ ਖਿਆਲ 7 ਸਾਲ ਵਾਸਤੇ ਇਸੇ ਪਾਰਟੀ ਤੋਂ ਸਸਪੈਂਡ ਹੋਏ ਸੀਗੇ, ਤੁਹਾਨੂੰ ਵੀ ਸ਼ਾਇਦ ਹੁਣੇ ਇਹਨਾਂ ਨੇ ਵਾਪਸ ਲਿੱਤਾ। ਚਲੋ ਢਿੱਲੋਂ ਸਾਹਿਬ ਜਵਾਬ ਢਿੱਲੋਂ ਸਾਹਿਬ ਆਪਣਾ ਜਿਹੜਾ ਤੁਸੀਂ ਮੇਰੇ ਤੇ ਆਰੋਪ ਲਾਇਆ ਸਸਪੈਂਡ ਹੋਣ ਦਾ, ਇਹਨੂੰ ਵਾਪਸ ਲੈ ਲਓ ਕਿ ਦੇਤਾ ਨਾ ਹੋਵੇ ਮੈਨੂੰ ਤੁਹਾਨੂੰ ਕੋਈ ਲੀਗਲ ਨੋਟਿਸ ਇਸ਼ੂ ਕਰਨਾ ਪਵੇ। ਮੈਂ ਕਦੇ ਸਸਪੈਂਡ ਨਹੀਂ ਹੋਇਆ ਪਾਰਟੀ ਦੇ ਵਿੱਚੋਂ। ਜੇ ਤੁਹਾਡੇ ਕੋਲ ਅਸਲੀ ਸਵਾਲਾਂ ਦਾ ਜਵਾਬ ਨਹੀਂ ਹੈ ਤਾਂ ਡਿਵਰਟ ਕਰਨ ਦੀ ਕੋਸ਼ਿਸ਼ ਨਾ ਕਰੋ। ਕਿਤੇ ਇੱਕ ਜਗ੍ਹਾ ਦੱਸ ਦਿਓ ਕਿ ਮੈਂ ਸਸਪੈਂਡ ਹੋਇਆ ਹੋਵਾਂ। ਚਲੋ ਆਪਾਂ ਮੁੱਦੇ ਤੇ ਰਹੀਏ। ਜੋ ਤੁਸੀਂ ਮੁੱਦਾ ਕਹਿ ਰਹੇ ਹੋ ਮੈਂ ਉਹਦੇ ਮੁੱਦੇ ਦੇ ਉੱਤੇ ਗੱਲ ਕਰਨਾ। ਅਗਰ ਪੰਜਾਬ ਦੇ ਵਿੱਚ ਆਪਣਾ ਕਈ ਬੰਦਿਆਂ ਨੇ ਨਾ ਆਪਣਾ ਕਹਿੰਦੇ RTI ਨੂੰ ਜਾਂ ਹੋਰ ਚੀਜ਼ਾਂ ਨੂੰ ਇੱਕ
ਬਿਜ਼ਨਸ ਆਪਰੇਸ਼ਨ ਬਣਾਇਆ ਹੋਇਆ ਵਾ ਤਾਂ ਕਿ ਆਪਣਾ ਸੋਰਸ ਆਫ ਇਨਕਮ ਬਣਾ ਸਕਣ ਔਰ ਉਸੇ ਚੀਜ਼ਾਂ ਨੂੰ ਬਿਨਾਂ ਕਿਸੇ ਗੱਲੋਂ ਆਪਣਾ ਹੀ ਕਹਿੰਦੇ ਐਵੇਂ ਬਣਾ ਕੇ ਔਰ ਆਪਣੀ ਸੈਟਿੰਗਾਂ ਕਰਨ ਦੇ ਚੱਕਰਾਂ ਵਿੱਚ ਪੈ ਜਾਂਦੇ ਆ। ਸੋ ਮੈਂ ਜਿਹੜੀਆਂ ਗੱਲਾਂ ਦਾ ਕੋਈ ਬੇਸ ਨਹੀਂ ਆ, ਕੋਈ ਫੈਕਟ ਨਹੀਂ ਆ। ਔਰ ਰਹੀ ਰੋਪੜ ਦੀ ਮਾਈਨਿੰਗ ਦੀ ਗੱਲ, ਉਹਦੇ ਵਿੱਚ ਲੋਕਾਂ ਨੇ ਆਪਣਾ ਹੀ ਕਹਿੰਦੇ ਸਰਕਾਰ ਪੂਰੀ ਵਚਨਬੰਧ ਆ। ਸਰਕਾਰ ਨੇ ਜਿੰਨਾ ਰੈਵਨਿਊ ਹੋਣਾ ਹੋਊਗਾ ਮਾਈਨਿੰਗ ਚੋਂ ਇੰਨਾ ਕਦੀ ਆਇਆ ਨਹੀਂ ਹੋਊਗਾ। ਔਰ ਦੂਜੀ ਗੱਲ ਜਿਹੜੀ ਰਹੀ ਮਾਈਨਿੰਗ ਦੀ ਗੱਲ, ਇਹ ਬਾਰ-ਬਾਰ ਇਹ ਗੱਲ ਨੂੰ ਇਸ ਚੀਜ਼ ਨੂੰ ਚੱਕਦੇ ਆ। ਮਾਈਨਿੰਗ ਇੱਕ ਇੰਡਸਟਰੀ ਹੈਗੀ ਆ। ਉੱਥੇ ਜਿੰਨੀਆਂ ਰੋਪੜ ਦੇ ਵਿੱਚ FIRs ਹੋ ਰਹੀਆਂ ਵਾ ਜਾਂ ਜਿੰਨੀਆਂ ਰੋਪੜ ਦੇ ਵਿੱਚ ਆਪਣਾ ਹੀ ਕਹਿੰਦੇ ਇਸ ਟਾਈਮ ਇਲੀਗਲ ਮਾਈਨਿੰਗ ਦੇ ਉੱਤੇ ਕੋਈ ਕੰਪਲੇਂਟ ਦੇ ਉੱਤੇ ਕੋਈ ਇਹੋ ਜਿਹੀ ਕੰਪਲੇਂਟ ਨਹੀਂ ਆ ਜਿਹਦੇ ਉੱਤੇ ਐਕਸ਼ਨ ਨਹੀਂ ਹੋ ਰਿਹਾ। ਔਰ ਅਗਰ ਕੋਈ ਇਹੋ ਜਿਹੀ ਕੰਪਲੇਂਟ ਆਂਦੀ ਵੀ ਆ ਤੇ ਤੁਸੀਂ DC ਸਾਹਿਬ ਨੂੰ ਮਿਲੋ, ਤੁਸੀਂ SSP ਸਾਹਿਬ ਨੂੰ ਮਿਲੋ, ਤੁਹਾਡੇ ਵੀ ਉਹਨੇ ਇੱਕ ਜਾਣਕਾਰ ਆ। ਚਲੋ ਆਪਣਾ ਮੁੱਦਾ ਮਾਈਨਿੰਗ ਵੱਲ ਨਹੀਂ ਹੈ ਅੱਜ, ਮੁੱਦਾ ਮੇਰਾ ਲਾਅ ਐਂਡ ਆਰਡਰ ਹੈ। ਬਰਿੰਦਰ ਢਿੱਲੋਂ ਸਾਹਿਬ, ਆਪਣਾ ਮੁੱਦਾ ਮਾਈਨਿੰਗ ਨਹੀਂ ਹੈ, ਆਪਣਾ ਮੁੱਦਾ ਅੱਜ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਜਿਹੜਾ ਸਭ ਤੋਂ ਪਹਿਲਾਂ ਇਹਨਾਂ ਨੇ ਗੱਲ ਕਹੀ ਹੈ ਕਿ RTI ਕਈ ਲੋਕਾਂ ਨੇ ਜਿਹੜਾ ਬਿਜ਼ਨਸ ਬਣਾਇਆ ਹੋਇਆ, ਜੇ ਪੰਜਾਬ ਦੇ ਵਿੱਚ ਕਿਤੇ ਇਸ ਤਰ੍ਹਾਂ ਦੀ ਗੱਲ ਹੈ ਤਾਂ ਉਹਨਾਂ ਲੋਕਾਂ ਤੇ ਕਾਰਵਾਈ ਕਰਨ। ਜਿਹੜਾ ਅਸਲੀ ਸਵਾਲਾਂ ਦਾ ਜਵਾਬ ਦੇਣ ਦੀ ਬਜਾਏ ਤੁਸੀਂ ਇੱਕ ਮਨਘੜਤ ਰੂਪ ਲਾ ਰਹੇ ਆ। ਚਲੋ ਤਾਰੀ ਸਾਹਿਬ ਦੇ ਆਧਾਰ ਤੇ ਗੱਲ ਕਰੋ। ਦੇਖੋ ਹਾਂਜੀ ਐਵੇਂ ਇਧਰੋਂ ਮੈਂ ਬੋਲੀ ਜਾਊਂਗਾ, ਉਧਰੋਂ ਮੈਂ ਉਹ ਬੋਲੀ ਜਾਊਂਗਾ। ਲਾਅ ਐਂਡ ਆਰਡਰ ਦੀ ਜਿਹੜੀ ਗੱਲ ਆ ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਗੁੰਡਾ ਟੈਕਸ ਦੇ ਨਾਕੇ ਵੀ ਲਾਅ ਐਂਡ ਆਰਡਰ 'ਚ ਆਉਂਦੇ ਆ। ਦੇਖੋ ਗੱਲ ਇਹ ਹੈਗੀ ਆ ਜੀ, ਢਿੱਲੋਂ ਸਾਹਿਬ ਨਵੇਂ ਪ੍ਰਧਾਨ ਬਣੇ ਹੈਗੇ ਆ, ਉਹਨਾਂ ਤੇ ਵਜਨ ਪੈ ਗਿਆ ਜ਼ਿਆਦਾ। ਇਸ ਕਰਕੇ ਉਹ ਥੋੜਾ ਜਿਹਾ ਨਾ ਉਹ ਸਵਾਲਾਂ ਦਾ ਜਵਾਬ ਦੇਣ ਦੀ ਬਜਾਏ ਫਰਸਟ੍ਰੇਸ਼ਨ 'ਚ ਜ਼ਿਆਦਾ ਗੱਲ ਕਰ ਰਹੇ ਹੈਗੇ ਆ। ਮੈਂ ਉਹਨਾਂ ਨੂੰ ਬੇਨਤੀ ਕਰਦਾ ਹਾਂ ਉਹ ਇਸ ਤਰ੍ਹਾਂ ਦੀ ਭਾਸ਼ਾ ਵਰਤਣੀ। ਸੁਣ ਲਓ ਢਿੱਲੋਂ ਸਾਹਿਬ, ਪਹਿਲਾਂ ਸੁਣ ਲਓ ਢਿੱਲੋਂ ਸਾਹਿਬ, ਸੁਣ ਲਓ ਢਿੱਲੋਂ ਸਾਹਿਬ, ਸੁਣ ਲਓ। ਸੁਣਨ ਦੀ ਪੇਸ਼ੈਂਸ ਰੱਖੋ। ਜੇ ਅਕਾਲੀ ਦਲ ਨੂੰ ਕਹਿੰਦੇ ਆ ਨਾ ਗੰਦ ਪਾਇਆ ਵਾ, ਜੇ ਅਕਾਲੀ ਦਲ ਨੂੰ ਕਹਿੰਦੇ ਆ ਨਾ ਗੰਦ ਪਾਇਆ ਵਾ, ਗੰਦ ਤੁਸੀਂ ਪਾਇਆ ਵਾ ਸੀ ਜਦੋਂ ਹਰਮੰਦਰ ਸਾਹਿਬ ਦੇ ਨੂੰ ਢਹਿ ਕੀਤਾ ਸੀ। ਉਦੋਂ ਜਿਹੜਾ ਹੈਗਾ ਤੁਸੀਂ ਟੈਰੋਰਿਸਟ ਆਪਣੇ ਪੈਦਾ ਕਰਕੇ ਲੋਕਾਂ ਨੂੰ ਘਰਾਂ ਦੇ ਵਿੱਚ ਮਰਵਾਇਆ ਸੀ। ਜਦੋਂ ਤੁਸੀਂ ਗੰਦ ਪਾਇਆ ਸੀ ਉਹਨੂੰ ਗੰਦ ਕਹਿੰਦੇ ਆ, ਇਹਨਾਂ ਗੱਲਾਂ ਨੂੰ ਗੰਦ ਨਹੀਂ ਕਹਿੰਦੇ ਹੈਗੇ। ਤਾਰੀ ਸਾਹਿਬ ਮੁੱਦੇ ਤੇ ਆਈਏ। ਅਸਲ ਗੱਲ ਅੱਜ ਦੀ ਸਿਚੁਏਸ਼ਨ, ਅੱਜ ਦੀ ਸਿਚੁਏਸ਼ਨ ਇਹ ਹੈਗੀ ਆ ਜੀ ਕਿ ਅੱਜ ਪੰਜਾਬ ਦੀ ਇੱਕ ਨਿਊਜ਼ਪੇਪਰ, ਅੱਜ ਇੱਕ ਨਿਊਜ਼ ਚੈਨਲ ਮੈਨੂੰ ਉਹ ਦਿਖਾ ਦਿਓ ਜਿਹੜਾ ਇਹਨਾਂ ਦੀ ਗੱਲ ਨਾ ਕਰਦਾ ਹੋ ਕੇ ਪੰਜਾਬ ਦੇ ਵਿੱਚ ਗੈਂਗਸਟਰ ਦਾ ਗੈਂਗਸਟਰ ਜਿਹੜੇ ਹੈਗੇ ਉਹ ਨਾਲ ਦੀ ਨਾਲ ਡਰੱਗਸ ਦਾ ਕੰਮ ਕਰ ਰਹੇ ਹੈਗੇ ਆ ਕਿ ਨਹੀਂ ਹੋ ਰਿਹਾ। ਮੈਨੂੰ ਇੱਕ ਚੈਨਲ ਦਿਖਾ ਦਿਓ ਔਰ ਉਸ ਦਾ ਜਵਾਬ ਹੈ ਢਿੱਲੋਂ ਸਾਹਿਬ ਦੇਣ ਦੀ ਬਜਾਏ ਕਿ ਉਹ ਜੋ ਹੋ ਰਿਹਾ ਉਹਨੂੰ ਅਸੀਂ ਕਿਵੇਂ ਕਿਉਰ ਕਰ ਰਹੇ ਹਾਂ, ਕਿਵੇਂ ਠੀਕ ਕਰ ਰਹੇ ਹਾਂ। ਢਿੱਲੋਂ ਸਾਹਿਬ ਉਸ ਗੱਲ ਦਾ ਜਵਾਬ ਦਿਓ, ਇਹਨਾਂ ਗੱਲਾਂ ਦਾ ਜਵਾਬ ਨਾ ਦਿਓ ਤੁਸੀਂ। ਠੀਕ ਹੈ, ਚਲੋ ਮੈਨੂੰ ਇੱਕ ਗੱਲ ਦੱਸੋ, ਇੱਕ ਮਿੰਟ। ਅਸੀਂ ਸਭ ਕੁਝ ਕਰਾਇਆ, ਤੁਸੀਂ ਸਾਨੂੰ ਸਿੱਖਿਆ ਦਿੰਦੇ ਹੋ। ਅਸੀਂ ਕੀ ਸਿੱਖਿਆ ਦੇਣੀ ਆ? ਜਿਨ੍ਹਾਂ ਨੇ ਹਰਮੰਦਰ ਸਾਹਿਬ ਢਾਇਆ, ਜਿਨ੍ਹਾਂ ਨੇ ਬਾਬੇ ਨਾਨਕ ਨੂੰ ਕੈਪਟਨ ਸਾਹਿਬ ਦੇ ਨਾਲ ਮਿਲਾਇਆ, ਜਿਨ੍ਹਾਂ ਨੇ ਬਾਦਲ ਸਾਹਿਬ ਨੂੰ ਜਿਹੜਾ ਹੈਗਾ ਤਾਰਨੀ ਸਾਹਿਬ ਢਿੱਲੋਂ ਸਾਹਿਬ ਦੋਵਾਂ ਨੂੰ ਉਹ ਗੱਲਾਂ ਕਰ ਰਹੇ ਹੈਗੇ। ਚਲੋ ਇੱਕ ਮਿੰਟ ਤਾਰਨੀ ਸਾਹਿਬ, ਮੁੱਦੇ ਤੇ ਗੱਲ ਤੇ ਆਈ ਹੈ। ਜਿਹੜਾ ਅੱਜ ਦਾ ਮੁੱਦਾ ਹੈਗਾ ਜਿਹਦੇ ਵਿੱਚ ਇਹ ਕਹਿ ਰਹੇ ਕਿ 7 ਦਿਨ ਦਾ ਅਲਟੀਮੇਟਮ ਤੁਸੀਂ ਦਿੱਤਾ, 7 ਦਿਨ ਚ ਕਾਰਵਾਈ ਹੋਈ ਨਹੀਂ ਤਾਂ ਅਸੀਂ ਸੰਘਰਸ਼ ਕਰਾਂਗੇ। ਮੈਨੂੰ ਉਹ ਦੱਸੋ, ਜੇ 7 ਦਿਨਾਂ ਚ ਕਾਰਵਾਈ ਨਹੀਂ ਹੁੰਦੀ ਤਾਂ ਕਾਰਵਾਈ ਕੀ ਕਰਨੀ? ਬਿਲਕੁਲ ਦੇਖੋ ਗੱਲ ਇਹ ਹੈਗਾ ਜੀ, ਅਸੀਂ ਬਿਲਕੁਲ ਪੀਸਫੁਲ ਤਰੀਕੇ ਦੇ ਨਾਲ ਹਰ DC ਲੈਵਲ ਤੇ, ਹਰ SSP ਲੈਵਲ ਤੇ ਆਪਣੇ ਮੈਮੋਰੈਂਡਮ ਵੀ ਪੇਸ਼ ਕਰਾਂਗੇ। ਔਰ ਅਸੀਂ ਜਿਹੜਾ ਹੈਗਾ ਉਸ ਤੋਂ ਬਾਅਦ ਜੋ ਸਾਡੀ ਪਾਰਟੀ ਦਾ ਜਿਹੜਾ ਹੈਗਾ ਪ੍ਰੋਗਰਾਮ ਜਿਹੜਾ ਹੈਗਾ ਵਰਕਰਾਂ ਨੂੰ ਦਿੱਤਾ ਜਾਊਗਾ, ਉਹ ਜ਼ਿਲ੍ਹਾ ਲੈਵਲ ਤੇ, ਤਹਿਸੀਲ ਲੈਵਲ ਤੇ ਔਰ ਸਬ ਡਿਵੀਜ਼ਨ ਲੈਵਲ ਤੇ ਅਸੀਂ ਜਿਹੜਾ ਹੈਗਾ ਉਹ ਕਰਾਂਗੇ। ਚਲੋ ਠੀਕ ਹੈ, ਇੱਕ ਮਿੰਟ ਮੈਨੂੰ ਇੱਕ ਸਵਾਲ ਬਰਿੰਦਰ ਢਿੱਲੋਂ ਸਾਹਿਬ ਤੋਂ ਪੁੱਛਣ ਦਿਓ। ਢਿੱਲੋਂ ਸਾਹਿਬ, ਮੈਨੂੰ ਪਤਾ ਤੁਸੀਂ ਜਾਣਾ, ਮੇਰੇ ਇੱਕ ਆਖਰੀ ਸਵਾਲ ਹੈ। ਮੈਂ ਕਹਿੰਦਾ ਕਿ ਚਲੋ ਸਿਆਸੀ ਦਖਲਅੰਦਾਜ਼ੀ ਹੈ ਜਾਂ ਨਹੀਂ ਹੈ, ਜਦੋਂ ਕਿਸੇ ਗੈਰ ਪਾਰਟੀ ਦਾ ਕੋਈ ਵਰਕਰ, ਕੋਈ ਬੰਦਾ ਮਾਰਿਆ ਜਾਵੇ ਤਾਂ ਤਰਜੀਹ ਇਹ ਨਹੀਂ ਹੋਣੀ ਚਾਹੀਦੀ ਕਿ ਇਹਨਾਂ ਦਾ ਮਸਲਾ ਪਹਿਲਾਂ ਹੱਲ ਹੋਣਾ ਚਾਹੀਦਾ ਕਿ ਇਸ ਤੋਂ ਪਹਿਲਾਂ ਕਿ ਪੋਲੀਟੀਕਲ ਇਲਜ਼ਾਮ ਲੱਗਣ? ਜਿਹੜੇ ਵੀ ਮਸਲੇ ਹੋਏ ਨੇ, ਜਿੰਨੇ ਵੀ ਕਤਲ ਹੋਏ ਨੇ, ਉਹ ਹਾਲੇ ਤੱਕ ਕਿਸੇ ਵੀ ਸਿਰੇ ਲੱਗ ਨਹੀਂ ਸਕੇ। ਬੜੀ ਮੰਦਭਾਗੀ ਗੱਲ ਆ ਵੀ ਆਪਾਂ ਕਿਸੇ ਮਾਂ ਦਾ ਪੁੱਤ ਮਰ ਗਿਆ, ਕਿਸੇ ਦਾ ਪਿਓ ਮਰ ਗਿਆ ਔਰ ਉਹਦੇ ਉੱਤੇ ਆਪਾਂ ਨੂੰ ਇਹ ਰਾਜਨੀਤੀ ਕਰਨੀ ਪੈ ਰਹੀ ਆ। ਜਿਹੜਾ ਜਿਹਨੂੰ ਇੰਸਟੈਡ ਆਫ ਇਸ ਗੱਲ ਨੂੰ ਕਰਨ ਨੂੰ ਵੀ ਆਪਣਾ ਕਹਿੰਦੇ ਡਿਟੈਕਸ਼ਨ ਹੋਣੀ ਚਾਹੀਦੀ ਆ, ਬੰਦੇ ਫੜੇ ਜਾਣੇ ਚਾਹੀਦੇ ਆ, ਇਹ ਬਾਰ-ਬਾਰ ਮੁੱਦੇ ਨੂੰ ਡਾਇਵਰਟ ਕਰਕੇ ਕਦੀ ਰੰਧਾਵਾ ਸਾਹਿਬ ਨਾਲ ਜੋੜ ਦਿੰਦੇ ਆ, ਕਦੀ ਸੱਜੇ ਜੋੜ ਦਿੰਦੇ ਆ। ਪੁਲਿਸ ਨੇ ਆਪਣਾ ਕੰਮ ਕਰਨਾ ਵਾ, ਪੁਲਿਸ ਆਪਣਾ ਕੰਮ ਕਰ ਰਹੀ ਆ ਔਰ ਕਈ ਵਾਰ ਇਹੋ ਜਿਹੇ ਅਨਟ੍ਰੇਸਡ ਮਰਡਰ ਵੀ ਜਾਂਦੇ ਆ ਔਰ ਕਈ ਵਾਰ ਮਰਡਰ ਜਿਹੜੇ ਆ ਮੈਕਸਿਮਮ ਟਾਈਮ ਦੇ ਵਿੱਚ ਉਹ ਟ੍ਰੇਸ ਵੀ ਹੋ ਜਾਂਦੇ ਆ। ਨਹੀਂ ਬਿਲਕੁਲ ਨਹੀਂ, ਧਿਆਨ ਡਾਇਵਰਟ ਕਰਨ ਵਾਲੀ ਗੱਲ ਅਸੀਂ ਨਹੀਂ ਕਰਦੇ। ਇਹਨਾਂ ਦੇ ਜੱਸੀ ਜੀ ਅੱਜ ਦਿੱਲੀ ਦੇ ਵਿੱਚ ਬੈਠੇ ਆ ਰੈਜ਼ਿਗਨੇਸ਼ਨ ਦੇ ਕੇ, ਉਹ ਤੋਂ ਬਾਅਦ ਕੱਲੇ ਜ਼ਿਲ੍ਹੇ ਪਟਿਆਲੇ ਦੇ ਜਿਹੜੇ ਹੈਗਾ 4 ਲੀਡਰ ਇਹਨਾਂ ਦੇ ਖਿਲਾਫ ਆਵਾਜ਼ ਚੱਕੀ ਬੈਠੇ ਆ, ਤੇ ਮਾਨ ਸਾਹਿਬ MLA ਜਿਹੜੇ ਹੈਗੇ ਉਹ ਆਵਾਜ਼ ਚੱਕੀ ਬੈਠੇ ਹੈਗੇ ਆ।
ਐਸਐਸਪੀ ਜਿਹੜੇ ਹੈਗੇ ਆ, ਐਸਐਸਪੀ ਫਿਰੋਜ਼ਪੁਰ ਦੇ ਜਿਹੜਾ ਹੈਗਾ, ਇਹਨਾਂ ਤੇ ਐਲੀਗੇਸ਼ਨ ਲਾਏ ਹੈਗੇ ਆ। ਇਹ ਢਿੱਲੋਂ ਸਾਹਿਬ ਇਸ ਤਰ੍ਹਾਂ ਖੜਾ ਨਹੀਂ ਛੁੱਟਣਾ ਹੈਗਾ, ਲੋਕਾਂ ਨੂੰ ਤੁਹਾਨੂੰ ਜਿਹੜਾ ਹੈਗਾ ਜਵਾਬ ਦੇਣਾ ਪਊਗਾ। ਔਰ ਤੁਸੀਂ ਆਪਣੇ ਜੱਸੀ ਜੀ ਨੂੰ ਉੱਥੇ ਤਾਂ ਬੁਲਾ ਲਿਓ, ਜਾ ਕੇ ਦਿੱਲੀ ਬੈਠੇ ਹੋ ਤੁਹਾਡੇ, ਸਾਡਿਆਂ ਦੀਆਂ ਗੱਲਾਂ ਕਰਦੇ ਆ, ਸਾਡੀਆਂ ਛੱਡੋ, ਤੁਸੀਂ ਆਪਣੀ ਗੱਲ ਕਰੋ। ਤੁਸੀਂ ਪਾਵਰ ਦੇ ਵਿੱਚ ਬੈਠੇ ਹੈਗੇ ਆ ਤੁਸੀਂ ਲੋਕ। ਮੈਂ ਤੁਹਾਨੂੰ ਇਹ ਦੱਸਦਾ, ਤੁਸੀਂ ਕਹਿੰਦੇ ਆ ਕਿ ਬਹੁਤ ਸਾਰੇ ਕੇਸ ਅਨਟ੍ਰੇਸ ਰਹਿ ਜਾਂਦੇ ਆ, ਬਹੁਤ ਸਾਰਾ ਕੁਝ ਰਹਿ ਜਾਂਦਾ। ਮੈਂ ਤੁਹਾਨੂੰ ਇਹ ਕਹਿਣਾ ਕਿ ਪਟਿਆਲੇ ਮਹਾਰਾਣੀ ਸਾਹਿਬ ਦੇ ਪੈਸੇ ਜਿਹੜੇ ਨਿਕਲ ਗਏ ਸੀ, ਉਹ ਅਨਟ੍ਰੇਸ ਕਿਵੇਂ ਨਹੀਂ ਰਿਹਾ ਹੈਗਾ? ਉਹ 24 ਘੰਟੇ ਦੇ ਵਿੱਚ ਕੇਸ ਟ੍ਰੇਸ ਕਿਵੇਂ ਹੋ ਗਿਆ ਸੀ? ਉਹ ਪੁਲਿਸ ਕਿਵੇਂ ਕਾਬਲ ਹੋ ਗਈ ਸੀ ਇੱਕਦਮ ਜਿਹੜੀ ਹੈਗੀ ਆ? ਤੁਸੀਂ ਗੱਲ ਇਹ ਹੈਗੀ ਆ, ਢਿਲਵਾ ਕੇਸ ਦਾ ਤੁਸੀਂ ਹੁਣ ਤੱਕ ਕੀ ਕਰਿਆ? ਪੰਡੋਰੀ ਕਲਾਂ ਵਾਲੇ ਕੇਸ ਦਾ ਤੁਸੀਂ ਹਾਲ ਤੱਕ ਕੀ ਕਰਿਆ? ਠੰਡੇ ਹੋ ਜਾਓ, ਪਾਣੀ ਪੀਓ। ਠੰਡੇ ਬਿਲਕੁਲ ਠੰਡੇ ਆ। ਤੁਹਾਡੀ ਗੱਲ ਤੇ ਸ਼ੁਰੂ ਹੋਇਆ ਸੀ ਮੈਂ ਢਿੱਲੋਂ ਸਾਹਿਬ, ਤੁਸੀਂ ਗਰਮੀ ਦਿਖਾਈ, ਅਸੀਂ ਗਰਮੀ ਦਿਖਾਉਂਦੇ ਆ। ਚਲੋ ਸਾਹਿਬ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਬੜੇ ਰਹਿਣ ਦੇ ਲਈ, ਬਹੁਤ ਬਹੁਤ ਧੰਨਵਾਦ। ਹਾਂਜੀ ਗੁਰਪ੍ਰੀਤ ਢਿੱਲੋਂ ਸਾਹਿਬ, ਇਹ ਅਕਸਰ ਹੀ ਹੁੰਦਾ ਕਿ ਜਦੋਂ ਵੀ ਅਜਿਹਾ ਕੋਈ ਮਸਲਾ ਸਾਹਮਣੇ ਆਉਂਦਾ ਤਾਂ ਇਹ ਲੱਗਦਾ ਨਹੀਂ ਕਿ ਸੌਫਟ ਟਾਰਗੇਟ ਰਾਜਨੀਤਿਕ ਪਾਰਟੀਆਂ ਜਾਂ ਸੱਤਾਧਾਰੀ ਧਿਰ ਹੁੰਦੀ ਹੈ ਕਿ ਇਲਜ਼ਾਮ ਸਾਰਾ ਉਹਨਾਂ ਦੇ ਮੱਥੇ ਮੜ ਦਿਓ? ਮੰਦਭਾਗਾ ਹੈ ਇਹ। ਮੈਂ ਜਿਵੇਂ ਪਹਿਲਾਂ ਵੀ ਕਿਹਾ ਵੀ ਇਹ ਜਿਹੜੀਆਂ ਸਿਆਸੀ ਕਤਲੋ ਗੈਰਤ ਕਰਨੀ, ਇਹ ਇੱਕ ਬੜਾ ਹੀ ਵਿਚਿੱਤਰ ਜੀ, ਆਪਾਂ ਕਿਹੜੇ ਪਾਸੇ ਨੂੰ ਚੱਲ ਪਏ ਆ। ਇਹ ਘੱਟੋ ਘੱਟ ਪੰਜਾਬ ਦੇ ਵਿੱਚ ਐਵੇਂ ਦਾ ਕੋਈ ਬਹੁਤਾ ਲੰਬਾ ਚੌੜਾ ਇਤਿਹਾਸਕ ਤੌਰ ਤੇ ਆਪਾਂ ਵੇਖੀਏ ਤੇ ਕੋਈ ਜ਼ਿਆਦਾ ਇਹੋ ਜਿਹੀਆਂ ਘਟਨਾਵਾਂ ਨਹੀਂ ਹੋਈਆਂ ਜਿਹੜੀਆਂ ਅੱਜ ਇਹ ਤਕਰੀਬਨ ਯੂਪੀ ਵਾਲੇ ਪਾਸੇ, ਬਿਹਾਰ ਵਾਲੀ ਸਾਈਡ ਤੇ ਜਾਂ ਇਹੋ ਜਿਹੇ ਇਹਨਾਂ ਸਟੇਟਾਂ ਦੇ ਵਿੱਚ ਚੱਲਦਾ ਹੁੰਦਾ ਸੀ ਵੀ ਸਿਆਸੀ ਕਤਲ ਹੋ ਜਾਣੇ। ਆਪਣੇ ਹੋਏ ਜ਼ਰੂਰ ਨੇ ਪਰ ਬਹੁਤ ਉਹਦੀ ਰੇਸ਼ੋ ਬਹੁਤ ਘੱਟ ਸੀਗੀ। ਅੱਜ ਦਾ ਜਿਹੜਾ ਸਮਾਂ ਆ ਗਿਆ, ਪਤਾ ਨਹੀਂ ਇਹ ਕੀ, ਇੱਕ ਤੇ ਗੈਂਗਸਟਰ ਜਿਹੜਾ ਕਲਚਰ ਇੰਨਾ ਜ਼ਿਆਦਾ ਵੱਧ ਗਿਆ ਸਾਡੇ ਪੰਜਾਬ ਦੇ ਵਿੱਚ, ਜਾਂ ਘਰ ਘਰ ਤੋਂ ਤੁਸੀਂ ਲਾ ਲਓ ਵੀ ਹਰ ਜੇਲ੍ਹ ਦੇ ਭਰੀ ਪਈ ਆ, ਹਰ ਜੇਲ੍ਹ ਭਰੀ ਪਈ ਆ, ਔਰ ਜੇਲ੍ਹ ਦੇ ਅੰਦਰੋਂ ਸਾਰਾ ਨੈਟਵਰਕ ਚੱਲਦਾ ਪਿਆ। ਸੋ ਇਹ ਬੜਾ ਚਿੰਤਾ ਦਾ ਵਿਸ਼ੇ ਹੈ। ਮੈਂ ਬੜੀ ਗੰਭੀਰਤਾ ਦੇ ਨਾਲ ਕਹਿੰਦਾ ਕਿ ਇਹਦੇ ਉੱਤੇ ਪੰਜਾਬ ਸਰਕਾਰ ਜੇ ਨਾ ਸੰਭਲੀ ਤੇ ਆਉਣ ਵਾਲਾ ਸਮਾਂ ਜਿਹੜਾ ਹੈ ਬਹੁਤ ਖਤਰਨਾਕ ਹੋਣ ਵਾਲਾ ਹੈ। ਤੇ ਅੱਜ ਵੀ ਪੰਜਾਬ ਸਰਕਾਰ ਨੂੰ, ਮੁੱਖ ਮੰਤਰੀ ਸਾਹਿਬ ਨੂੰ ਇਹਦੇ ਤੇ ਧਿਆਨ ਦੇ ਕੇ ਇਹ ਜੇਲ੍ਹਾਂ ਦੇ ਉੱਤੇ ਜਿਹੜੀ ਕੜੀ ਇਹਨਾਂ ਨੇ ਸਾਡੇ ਤੋਂ ਮੰਗ ਕੀਤੀ ਸੀ ਕਿ ਸਾਨੂੰ ਜੀ ਸੁਰੱਖਿਆ ਵਾਸਤੇ CRPF ਦੀ ਲੋੜ, ਕੇਂਦਰ ਸਰਕਾਰ ਨੇ CRPF ਵੀ ਦੇ ਦਿੱਤੀ। ਹੁਣ ਕੀ ਪ੍ਰੋਬਲਮ ਹੈ? CRPF ਆਉਣ ਤੋਂ ਬਾਅਦ ਵੀ ਜੇ ਤੁਸੀਂ ਉਹਨੂੰ ਆਪਣਾ ਮੈਨੇਜਮੈਂਟ ਸਹੀ ਨਹੀਂ ਕਰ ਸਕਦੇ ਤਾਂ ਸੁਖਜਿੰਦਰ ਰੰਧਾਵਾ ਦੇ ਉੱਤੇ ਉਂਗਲਾਂ ਉੱਠਣਗੀਆਂ। ਵਰਿੰਦਰ ਸਿੰਘ ਕਹਿ ਕੇ ਗੱਲ ਬਚ ਨਹੀਂ ਸਕਦੇ ਕਿ ਜੀ ਇਹਦੇ ਵਿੱਚ ਤੁਸੀਂ ਜੇਲ੍ਹ ਮੰਤਰੀ ਦਾ ਨਾਮ ਕਿਉਂ ਵਿੱਚ ਲੈਂਦੇ ਹੋ ਜਾਂ ਕਿਉਂ ਲੈਂਦੇ ਹੋ, ਕਿਉਂਕਿ ਜੇਲ੍ਹ ਮੰਤਰੀ ਜ਼ਿੰਮੇਵਾਰ ਹੈ। ਉਹਨੂੰ ਸਾਰਾ ਇਨਫਰਾਸਟ੍ਰਕਚਰ ਹੋਣ ਦੇ ਬਾਵਜੂਦ ਉਹ ਇਹਨਾਂ ਚੀਜ਼ਾਂ ਦੇ ਉੱਤੇ ਜੇ ਨਹੀਂ ਨੱਥ ਪਾ ਸਕਿਆ ਤਾਂ ਇਹਦਾ ਮਤਲਬ ਉਹ ਫੇਲੀਅਰ ਹੈ ਉਹਨਾਂ ਦਾ, ਔਰ ਇਹਦਾ ਨਾਲ ਮੁੱਖ ਮੰਤਰੀ ਦਾ ਵੀ ਫੇਲੀਅਰ ਹੈ। ਅਸਤੀਫਾ ਦੇ ਦੇਣ, ਜੇ ਨਹੀਂ ਉਹਨਾਂ ਤੋਂ ਹੁੰਦਾ ਉਹਨਾਂ ਦੀ ਜਗ੍ਹਾ ਕੋਈ ਹੋਰ ਆ ਜਾਵੇ, ਕੋਈ ਕਰਕੇ ਜੇ ਨਹੀਂ ਕਰ ਸਕਦੇ ਕੰਟਰੋਲ, ਦੈਨ ਕਿਉਂ ਨਹੀਂ ਰਿਜ਼ਾਈਨ ਦੇ ਕੇ ਪਾਸੇ ਹੋ ਜਾਂਦੇ? ਅੱਛਾ ਸੁਖਬੀਰ ਬਾਜਵਾ ਸਾਹਿਬ ਨੂੰ ਦੇਣਾ ਚਾਹੀਦਾ। ਇਹ ਸਾਰੇ ਮਸਲੇ ਦੇ ਉੱਤੇ CM ਸਾਹਿਬ ਦੀ ਚੁੱਪੀ ਸਵਾਲ ਖੜੇ ਨਹੀਂ ਕਰਦੀ? ਕਿੰਨਾ ਵਾਹ ਵਰੂਲਾ ਮਚਿਆ ਹੋਇਆ, ਨਾ ਤਾਂ CM ਸਾਹਿਬ ਨੇ ਉਸ ਇਸ਼ੂ ਤੇ ਕੁਝ ਜਵਾਬ ਦਿੱਤਾ ਜਿਹੜਾ ਗੁਰੂ ਨਾਨਕ ਪਾਤਸ਼ਾਹ ਬਾਰੇ ਸੁਖਜਿੰਦਰ ਰੰਧਾਵਾ ਦੀ ਇੱਕ ਵੀਡੀਓ ਵਾਇਰਲ ਹੋਈ, ਸੱਚੀ ਹੈ ਝੂਠੀ ਹੈ, ਉਹਦੇ ਤੇ ਅਸੀਂ ਕੁਝ ਨਹੀਂ ਕਹਿੰਦੇ, ਨਾ ਉਹਨਾਂ ਨੇ ਉਹਦੇ ਤੇ ਕੋਈ ਰਿਐਕਸ਼ਨ ਦਿੱਤਾ। ਜਿੰਨੇ ਹੁਣ ਕਤਲ ਹੋਏ ਨੇ ਉਸ ਤੋਂ ਬਾਅਦ ਜਿਸ ਤਰ੍ਹਾਂ ਦੇ ਇਲਜ਼ਾਮ ਲੱਗ ਰਹੇ ਨੇ, ਨਾ ਉਹਨਾਂ ਨੇ ਉਸ ਤੇ ਕੋਈ ਆਪਣਾ ਕੋਈ ਪ੍ਰਤੀਕਰਮ ਦਿੱਤਾ। ਜਦੋਂ ਅਜਿਹੀ ਸਿਚੁਏਸ਼ਨ ਹੋਵੇ ਘੱਟੋ ਘੱਟ CM ਦਾ ਕੋਈ ਰਿਸਪੌਂਡ ਤਾਂ ਬਣਦਾ। ਦੇਖੋ CM ਇਕੱਲਾ ਚੀਫ ਮਿਨਿਸਟਰ ਨਹੀਂ, ਹੋਮ ਮਿਨਿਸਟਰ ਹੈ, ਪੰਜਾਬ ਦੀ ਪੂਰੀ ਪੁਲਿਸ ਉਹਦੇ ਅੰਡਰ ਹੈ, ਸਾਰਾ ਕੰਮ ਕਰਨਾ ਹੈ। ਹੋਮ ਮਿਨਿਸਟਰ ਨੂੰ ਉਹਦੇ ਉੱਪਰ ਇੱਕ ਤਾਂ ਜਿਹੜੀ ਮਰਡਰਸ ਹੁੰਦੇ ਨੇ ਘੱਟੋ ਘੱਟ ਇਸ ਨੂੰ ਸੀਰੀਅਸ ਲੈ ਕੇ, ਘੱਟੋ ਘੱਟ ਜੇ ਆਪਾਂ ਨਿੱਕੀ ਨਿੱਕੀ ਗੱਲਾਂ ਤੇ ਲੈ ਕੇ ਜਾਂ ਪੋਲੀਟੀਕਲ ਸਟੇਟਮੈਂਟ ਲੈ ਕੇ ਆਪਾਂ ਜਾਰੀ ਕਰ ਸਕਦੇ ਹਾਂ ਕਿ SIT ਬਣਾ ਕੇ ਅਫਸਰ ਕਰਕੇ ਹੈ, ਤੇ ਇਹਨਾਂ ਉੱਪਰ ਵੀ ਜਿਹੜੇ SIT ਬਣਾਉਣਗੇ ਜਾਂ ਰਿਸਪੌਂਸਿਬਿਲਿਟੀ ਫਿਕਸ ਕਰਨੀ ਚਾਹੀਦੀ ਹੈ। ਤੇ ਜਿਹੜੇ ਰੇਂਜ ਅਫਸਰ ਹੈ, ਜ਼ਿਲ੍ਹਾ ਅਫਸਰਾਂ ਨੂੰ ਵੀ ਕਿਤੇ ਨਾ ਕਿਤੇ ਜ਼ਿੰਮੇਦਾਰ ਠਹਿਰਾਉਣਾ ਚਾਹੀਦਾ ਕਿ ਉਹਨਾਂ ਦੀ ਮੌਜੂਦਗੀ 'ਚ ਕੀ ਹੋਇਆ। ਅਗਰ ਉਹਨਾਂ ਇਲਾਕੇ ਦੇ ਵਿੱਚ ਅਗਰ ਲਾਈਨ ਆਰਡਰ ਪੋਜੀਸ਼ਨ ਖਰਾਬ ਹੁੰਦੀ ਹੈ ਤਾਂ ਘੱਟੋ ਘੱਟ ਅਫਸਰ ਵੀ ਕਿਤੇ ਨਾ ਕਿਤੇ ਰਿਸਪੌਂਸੀਬਲ ਹੈ। ਇਸ ਤਰ੍ਹਾਂ ਜਿਹੜੀ ਹੋਮ ਮਿਨਿਸਟਰ ਔਰ ਅਮਰਿੰਦਰ ਨੂੰ ਆਪਣਾ ਨੂੰ ਘੱਟੋ ਘੱਟ CM ਸਾਹਿਬ ਨੂੰ ਘੱਟੋ ਘੱਟ ਜਿਹੜੀ ਓਵਰਆਲ ਸਟੇਟ ਦੇ ਇਕੱਲੇ ਕੋਈ ਆਪਣੇ ਪਟਿਆਲੇ ਦੇ ਚੀਫ ਮਿਨਿਸਟਰ ਨਹੀਂ, ਪੂਰੇ ਪੰਜਾਬ ਦੇ ਚੀਫ ਮਿਨਿਸਟਰ ਹੈਗੇ ਹੈ। ਤੇ ਮੇਰੇ ਖਿਆਲ ਜਿਹੜੀ ਇੱਕ ਮਰਡਰ ਹੋਇਆ, ਦੂਜਾ ਹੋਇਆ, ਤੀਜਾ ਹੋਇਆ, ਪਾਸਟ ਨੂੰ ਦੇਖੀ ਆ ਕਿ ਕਈ ਇੱਦਾਂ ਦੀਆਂ ਚੀਜ਼ਾਂ ਨੇ ਜਿਹੜੇ ਹੁਣ ਤੱਕ ਠੋਸ ਨਤੀਜੇ ਨਹੀਂ ਆ ਪਾਇਆਗੇ। ਠੀਕ ਹੈ, ਕੰਟਰੈਕਟ ਕਿਲਿੰਗ ਹੋਈ ਸੀ ਔਰ ਉਹਦੇ ਟ੍ਰੇਸ ਆਊਟ ਕਰ ਲਿਆ, ਪੁਲਿਸ ਅੱਛਾ ਆਪਣਾ ਨੈਟਵਰਕ ਸੀਗਾ, ਕਾਊਂਟਰ ਇੰਟੈਲੀਜੈਂਸ ਕੰਮ ਕੀਤਾ, ਲੇਕਿਨ ਮੇਰੇ ਕੋਲ ਪੋਲੀਟੀਕਲ ਮਰਡਰ ਜਿਹੜੇ ਹੈ ਆਉਣ ਵਾਲੀ ਪੋਲੀਟੀਕਲੀ ਸਿਸਟਮ 'ਚ ਬੜੀ ਚੁਣੌਤੀ ਹੈ। ਇਹ ਸਰਕਾਰ ਨੂੰ ਜਿਹੜੀ ਹੈ, ਇਕੱਲੀ ਇਸ ਸਰਕਾਰ ਦੀ ਗੱਲ ਨਹੀਂ, ਜੋ ਸਰਕਾਰ ਕਿਹਦੀ ਵੀ ਆਵੇ ਆ ਕੇ ਘੱਟੋ ਘੱਟ ਜਿਹੜੀ ਹੈ ਪੋਲੀਟੀਕਲ ਮਰਡਰਾਂ ਤੋਂ ਜਿਹੜੀ ਹੈ ਉਹਨੂੰ ਉਕਸਾਉਣਾ, ਕੋਈ ਨਾ ਗੱਲ ਕਾਰਨ ਹੋਈ ਹੈ ਜਾਂ ਕੋਈ ਨਾ ਗੱਲ ਇੱਦਾਂ ਦੀ ਨਿਬੜੀ ਹੈ ਜਿੱਥੇ ਆ ਕੇ ਉਹ ਕਤਲ ਨੂੰ ਜਿਹੜਾ ਆਖਰ ਤੱਕ ਅੰਜਾਮ ਦਿੱਤਾ ਪਿਆ, ਘੱਟੋ ਘੱਟ ਇਹਨਾਂ ਦੀ ਚੀਜ਼ਾਂ ਨੂੰ ਬੰਦ ਹੋਣਾ ਚਾਹੀਦਾ ਔਰ ਚੀਫ ਮਿਨਿਸਟਰ ਨੂੰ ਆਪਣੀ ਚੁੱਪੀ ਤੋੜਨੀ ਚਾਹੀਦੀ। ਚਲੋ ਬਹੁਤ ਬਹੁਤ ਧੰਨਵਾਦ ਸਾਰੇ ਮਹਿਮਾਨਾਂ ਦਾ। ਮੇਰੇ ਕੋਲ ਸਮਾਂ ਘੱਟ ਹੈ ਚੱਡਾ ਸਾਹਿਬ, ਅਗਲੀ ਵਾਰੀ ਜ਼ਰੂਰ ਤੁਹਾਨੂੰ ਵਾਧੂ ਟਾਈਮ ਦੇਵਾਂਗੇ। ਬਹੁਤ ਬਹੁਤ ਧੰਨਵਾਦ ਇਸ ਪੂਰੀ ਵਿਚਾਰ ਚਰਚਾ 'ਚ ਬਣੇ ਰਹਿਣ ਦੇ ਲਈ। ਸੋ ਮੁੱਖ ਦੀ ਗੱਲ ਇਹ ਹੈ ਕਿ ਪਾਰਟੀਬਾਜ਼ੀ ਆਪਣੀ ਜਗ੍ਹਾ ਤੇ ਹੈ, ਮੁੱਦਿਆਂ ਤੇ ਤਲਖਬਾਜ਼ੀ ਵੀ ਕਈ ਵਾਰ ਹੋ ਜਾਂਦੀ ਆਪਣੀ ਜਗ੍ਹਾ ਤੇ, ਪਰ ਜਿਹੜੇ ਸਿਆਸੀ ਕਤਲਾਂ ਦਾ ਜਿਹੜਾ ਰੁਝਾਨ ਵਧਿਆ ਇਹ ਬੜਾ ਖਤਰਨਾਕ ਹੈ ਔਰ ਇਹ
ਆਪਸ ਦੇ ਵਿੱਚ ਫੁੱਟ ਪਾਉਣ ਵਾਲਾ ਹੈ, ਕਿਉਂਕਿ ਇਲੈਕਸ਼ਨ ਨਿਕਲ ਜਾਂਦੇ ਨੇ, ਪਾਰਟੀਆਂ ਆਪੋ ਆਪਣੇ ਘਰੇ ਚਲੀਆਂ ਜਾਂਦੀਆਂ ਨੇ, ਪਿੱਛੇ ਪਿੰਡਾਂ ਦੇ ਵਿੱਚ ਕਲਾ ਕਲੇਸ਼ ਜਿਹੜੀ ਰਹਿ ਜਾਂਦੀ ਹੈ, ਉਹਨਾਂ ਦੇ ਨਤੀਜੇ ਫਿਰ ਇਹ ਕਤਲੋ-ਗਾਰਤ ਦੇ ਵਿੱਚ ਉੱਭਰ ਕੇ ਸਾਹਮਣੇ ਆਉਂਦੇ ਨੇ। ਦੇਸ਼ ਦੁਨੀਆ ਦੀ ਬਾਕੀ ਖਬਰਾਂ ਲਈ ਬਣੇ ਰਹੋ PTC ਨਿਊਜ਼ ਦੇ ਨਾਲ। ਧੰਨਵਾਦ।